ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 367। ਕਾਂਡ 22 ਕਤਲ ਤੇ ਉਸ ਪਿੱਛੋਂ ਦੇ ਹਾਲਾਤ। ਜੋ ਸਿੱਖਾਂ ਬਾਰੇ ਥੋੜ੍ਹਾ ਬਹੁਤ ਵੀ ਜਾਣਦਾ ਸੀ ਉਸਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਸੀ ਕਿ ਉਹਨਾਂ ਦੇ ਮਨ ਵਿੱਚੋਂ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦਾ ਅਪਮਾਨ ਤੇ ਬੇਹੁਰਮਤੀ ਦਾ ਵਿਚਾਰ ਖਤਮ ਨਹੀਂ ਹੋਵੇਗਾ। ਨਾ ਹੀ ਉਹ ਇਸ ਤਰ੍ਹਾਂ ਕਰਨ ਵਾਲੇ ਨੂੰ, ਜਿਸ ਦਾ ਥੋੜ੍ਹਾ ਬਹੁਤ ਸਬੰਧ ਹੋਵੇ, ਮਾਫ਼ ਕਰਨਗੇ ਜਦ ਤੱਕ ਉਹ ਖਿਮਾ ਲਈ ਬੇਨਤੀ ਨਹੀਂ ਕਰੇਗਾ। ਸਿੱਖ ਮਾਨਸਿਕਤਾ ਵਿੱਚ ਬਦਲੇ ਤੇ ਸ਼ਹਾਦਤ ਦੀ ਭਾਵਨਾ ਡੂੰਘੀ ਉਕਰੀ ਹੋਈ ਹੈ। 1984 ਵਿੱਚ ਵੀ ਬਹੁਤ ਸਾਰੇ ਸਿੱਖ ਐਸੇ ਸਨ ਜੋ ਇਹ ਸਾਬਿਤ ਕਰਨ ਲਈ ਤੁਲੇ ਹੋਏ ਸਨ ਕਿ ਉਹਨਾਂ ਵਿੱਚ ਅਜੇ ਵੀ ਕੋਈ ਤਬਦੀਲੀ ਨਹੀਂ ਆਈ ਸੀ। ਭਿੰਡਰਾਂਵਾਲੇ ਦੇ ਬਹੁਤ ਸਾਰੇ ਆਦਮੀ ਉਸ ਸਮੇਂ ਬਚ ਕੇ ਨਿਕਲ ਗਏ ਸਨ ਜਦੋਂ ਫੌਜ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਤੇ ਉਹ ਚੰਗੀ ਤਰ੍ਹਾਂ ਜਾਣਦੇ ਸਨ ਜੇ ਉਹ ਪਕੜੇ ਗਏ ਤਾਂ ਉਹਨਾਂ ਪ੍ਰਤੀ ਕੋਈ ਰਹਿਮ ਦਿਲੀ ਨਹੀਂ ਵਰਤੀ ਜਾਵੇਗੀ ਤੇ ਉਹਨਾਂ ਨੇ ਹੋਰ ਜ਼ਿਆਦਾ ਜੁਰਮ ਕੀਤੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਗੋਲੀ ਹੀ ਮਾਰ ਦਿੱਤੀ ਜਾਵੇਗੀ ਜਾਂ ਫਾਹੇ ਲਾਇਆ ਜਾਵੇਗਾ। ਕੋਈ ਹੋਰ ਵੀ ਐਸੇ ਸਨ ਜਿਨ੍ਹਾਂ ਨੇ ਜਦੋਂ ਦਰਬਾਰ ਸਾਹਿਬ ਨੂੰ ਪੁੱਜਿਆ ਨੁਕਸਾਨ ਵੇਖਿਆ ਤਾਂ ਉਹਨਾਂ ਨੇ ਉਸ ਸਮੇਂ ਹੀ ਪਵਿੱਤਰ ਗ੍ਰੰਥ ਦੇ ਸਾਹਮਣੇ ਪ੍ਰਣ ਕੀਤਾ ਕਿ ਉਹ ਉਹਨਾਂ ਲੋਕਾਂ ਨੂੰ ਮਾਰ ਦੇਣਗੇ ਜੋ ਦਰਬਾਰ ਸਾਹਿਬ ਦੀ ਅਪਵਿੱਤਰਤਾ ਲਈ ਜ਼ਿੰਮੇਵਾਰ ਹਨ ਜਾਂ ਅਜਿਹੀ ਕੋਸ਼ਿਸ਼ ਕਰਦਿਆਂ ਮਰ ਜਾਣਗੇ। ਜੁਲਾਈ 1984 ਵਿੱਚ ਦਿੱਲੀ ਹਵਾਈ ਅੱਡੇ ਤੇ ਰਿਟਾਇਰ ਬ੍ਰਿਗੇਡੀਅਰ ਜਗੀਰ ਸਿੰਘ ਨੂੰ ਇਸ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ ਕਿ ਉਸ ਨੇ ਨਿਊਯਾਰਕ ਵਿੱਚ ਸ਼੍ਰੀਮਤੀ ਗਾਂਧੀ ਨੂੰ ਕਤਲ ਕਰਨ ਦੀ ਸਾਜ਼ਿਸ਼ ਤਿਆਰ ਕਰਨ ਵਿੱਚ ਹਿੱਸਾ ਲਿਆ ਸੀ। ਜਦੋਂ ਉਸ ਨੂੰ 1 ਅਗਸਤ 1984 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸਨੇ ਕਿਹਾ, ਮੇਰੇ ਤੇ ਫਰਜ਼ੀ ਕੇਸ ਬਣਾਇਆ ਗਿਆ ਹੈ। ਉਹ ਕਹਿੰਦੇ ਹਨ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਾਰਨਾ ਚਾਹੁੰਦਾ ਸੀ। ਮਗਰੋਂ ਮੁਕੱਦਮਾ ਖਾਰਜ ਕਰ ਦਿੱਤਾ ਗਿਆ। ਉਹਨਾਂ ਦੇ ਨਿਸ਼ਾਨੇ ਦੀ ਸੂਚੀ ਵਿੱਚ ਰਾਸ਼ਟਰਪਤੀ ਜੈਲ ਸਿੰਘ, ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਉਸਦਾ ਪੁੱਤਰ ਤੇ ਪਰਿਵਾਰ, ਸੈਨਾ ਮੁਖੀ ਜਨਰਲ A.S. ਵੈਦਿਆ ਤੇ ਉਹ ਅਫਸਰ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਹਿੱਸਾ ਲਿਆ ਤੇ ਕਈ 20 ਹੋਰ ਲੋਕ ਵੀ ਸਨ। ਜਨਰਲ ਵੈਦਿਆ ਨੂੰ 4 ਬੰਦੂਕਧਾਰੀਆਂ ਨੇ 10 ਅਗਸਤ 1986 ਨੂੰ ਪੂਨੇ ਵਿੱਚ ਗੋਲੀਆਂ ਨਾਲ ਉਡਾ ਦਿੱਤਾ। ਇਸ ਦੀ ਜ਼ਿੰਮੇਵਾਰੀ ਖਾਲਸਾ ਕਮਾਂਡੋ ਫੋਰਸ ਨੇ ਲਈ। ਜਰਨੈਲ ਨੂੰ ਪਹਿਲਾਂ ਵੀ ਕਈ ਧਮਕੀਆਂ ਮਿਲੀਆਂ ਸਨ। ਜਿਹੜੀ ਗੋਲੀ ਤੇ ਮੇਰਾ ਨਾਮ ਲਿਖਿਆ ਹੈ ਉਹ ਤਾਂ ਮੈਨੂੰ ਲੱਗ ਹੀ ਜਾਵੇਗੀ, ਉਸਨੇ ਕਿਹਾ ਸੀ। ਇਸ ਗੱਲ ਦਾ ਜਨ ਸਧਾਰਨ ਨੂੰ ਵੀ ਗਿਆਨ ਸੀ। ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ। ਉਹ ਸਾਰੇ ਜੋ ਖਤਰਾ ਮਹਿਸੂਸ ਕਰਦੇ ਸਨ ਉਹਨਾਂ ਨੂੰ ਬੁਲਟ ਪ੍ਰੂਫ ਵਸਤਰ ਤੇ ਅੰਗ ਰੱਖਿਅਕ ਦਿੱਤੇ ਗਏ। ਜਿਨ੍ਹਾਂ ਦੀ ਸੁਰੱਖਿਆ ਲਈ ਅਤਿਅੰਤ ਸਾਵਧਾਨੀ ਵਰਤੀ ਗਈ ਉਹਨਾਂ ਵਿੱਚ ਸਭ ਤੋਂ ਉੱਪਰ ਨਾਮ ਸ਼੍ਰੀਮਤੀ ਗਾਂਧੀ ਦਾ ਸੀ। ਉਹਦੇ ਇੱਕ ਸਫਰਦ ਜੰਗ ਨਿਵਾਸ ਤੇ ਨਾਲ ਲੱਗਵੇਂ ਘਰ, ਜਿਸ ਨੂੰ ਉਹਦੇ ਨਿੱਜੀ ਸਕੱਤਰੇਤ ਵਿੱਚ ਬਦਲ ਦਿੱਤਾ ਗਿਆ ਸੀ, ਉਸ ਉੱਪਰ ਸਖਤੀ ਨਾਲ ਪੁਲਿਸ ਦੀ ਗਸ਼ਤ ਹੁੰਦੀ ਸੀ ਤੇ ਪਹਿਰਾ ਲਾਇਆ ਗਿਆ ਸੀ। ਹਰ ਮੁਲਾਕਾਤੀ ਨੂੰ ਮੈਟਲ ਡਿਟੈਕਟਰ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਸੀ ਤੇ ਉਸ ਦੀ ਜਾਮਾ ਤਲਾਸ਼ੀ ਲਈ ਜਾਂਦੀ ਸੀ। ਹਰ ਸਮੇਂ ਲੋੜੀਂਦੇ ਵਰਗ ਦੇ ਖੂਨ ਦੀਆਂ ਬੋਤਲਾਂ ਨਾਲ ਲੈਸ ਹਸਪਤਾਲੀ ਗੱਡੀ ਤੇ ਡਾਕਟਰ ਤਿਆਰ-ਬਰ-ਤਿਆਰ ਰਹਿੰਦੇ ਸਨ। ਉਸਦੇ ਸੁਰੱਖਿਆ ਅਧਿਕਾਰੀਆਂ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਿੱਖ ਸੁਰੱਖਿਆ ਪਹਿਰੇਦਾਰਾਂ ਨੂੰ ਹਟਾ ਦੇਵੇ, ਪਰ ਉਸਨੇ ਸੁਝਾਅ ਰੱਦ ਕਰ ਦਿੱਤਾ। ਜਾਪਦਾ ਹੈ ਕਿ ਸ਼੍ਰੀਮਤੀ ਗਾਂਧੀ ਨੂੰ ਆਪਣੀ ਮੌਤ ਦਾ ਪੂਰਵ ਗਿਆਨ ਸੀ। ਇੱਕ ਦਿਨ ਪਹਿਲਾਂ 30 ਅਕਤੂਬਰ 1984 ਨੂੰ ਉੜੀਸਾ ਵਿੱਚ ਆਪਣੀ ਪਾਰਟੀ ਲਈ ਵੋਟਾਂ ਮੰਗਦਿਆਂ ਉਸ ਕਿਹਾ ਸੀ, ਜੇ ਮੈਨੂੰ ਮਾਰ ਦਿੱਤਾ ਗਿਆ। 31 ਅਕਤੂਬਰ 1984 ਦੀ ਸਵੇਰ ਨੂੰ ਉਹ ਆਪਣੇ ਘਰੋਂ ਸਾਰਾ ਕੰਮ ਨਿਪਟਾ ਕੇ BBC ਦੀ ਟੈਲੀਵਿਜ਼ਨ ਮੰਡਲੀ ਨੂੰ ਆਪਣੇ ਦਫ਼ਤਰ ਦੇ ਬਗੀਚੇ ਵਿੱਚ ਮਿਲਣ ਲਈ ਬਾਹਰ ਆਈ। ਜਿਉਂ ਹੀ ਉਹ ਦੋਹਾਂ ਘਰਾਂ ਵਿਚਲੀ ਲੱਗੀ
ਝਾੜੀਦਾਰ ਵਾੜ ਦੀ ਵਿਰਲ 'ਚੋਂ ਲੰਘਣ ਲੱਗੀ ਤਾਂ ਉਹਦੇ 2 ਸੁਰੱਖਿਆ ਪਹਿਰੇਦਾਰਾਂ ਨੇ ਉਸਨੇ ਪਤਲੇ ਜਿਹੇ ਸਰੀਰ 'ਤੇ 18 ਗੋਲੀਆਂ ਵਰ੍ਹਾ ਦਿੱਤੀਆਂ। ਉੱਥੇ ਦੂਸਰੇ ਹੋਰ ਪਹਿਰੇਦਾਰਾਂ ਨੇ ਕਾਤਲਾਂ 'ਤੇ ਗੋਲੀਆਂ ਚਲਾ ਦਿੱਤੀਆਂ। ਦੋਹਾਂ ਨੂੰ ਜਿੰਦਾ ਫੜ ਲਿਆ ਗਿਆ, ਪਰ ਇਸ ਮੁੱਠਭੇੜ ਵਿੱਚ 38 ਸਾਲਾ ਬੇਅੰਤ ਸਿੰਘ ਦਫ਼ਤਰ ਵਿੱਚ ਲਿਜਾਏ ਜਾਣ ਪਿੱਛੋਂ ਮਾਰ ਦਿੱਤਾ ਗਿਆ ਤੇ 21 ਸਾਲਾ ਸਤਵੰਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਸ਼੍ਰੀਮਤੀ ਗਾਂਧੀ ਨੂੰ 4 ਕਿਲੋਮੀਟਰ ਦੂਰ ਏਮਜ਼ ਵਿੱਚ ਬੜੀ ਤੇਜ਼ੀ ਨਾਲ ਲਿਜਾਇਆ ਗਿਆ ਤੇ ਨਾਲ ਹੀ ਉਸਦੀ ਇਤਾਲਵੀ ਨੂੰ ਸੋਨੀਆ ਵੀ ਗਈ। ਗੋਲੀ ਮਾਰੇ ਜਾਣ ਸਮੇਂ ਰਾਸ਼ਟਰਪਤੀ ਜੈਲ ਸਿੰਘ ਉੱਤਰੀ ਯਮਨ ਦੇ ਸਰਕਾਰੀ ਦੌਰੇ 'ਤੇ ਗਿਆ ਹੋਇਆ ਸੀ ਤੇ ਸ਼੍ਰੀਮਤੀ ਗਾਂਧੀ ਦਾ ਬੇਟਾ ਰਾਜੀਵ ਉਸ ਸਮੇਂ ਕਲਕੱਤਾ ਵਿੱਚ ਸੀ। BBC ਨੇ ਹਮਲੇ ਦੀ ਖਬਰ 10 ਵਜੇ ਸਵੇਰੇ ਭਾਰਤੀ ਸਮੇਂ ਅਨੁਸਾਰ ਦਿੱਤੀ। ਆਲ ਇੰਡੀਆ ਰੇਡੀਓ ਨੂੰ 1 ਘੰਟਾ ਹੋਰ ਲੱਗਾ। ਸ਼੍ਰੀਮਤੀ ਗਾਂਧੀ ਦੀ 2 ਵਜੇ ਮੌਤ ਹੋ ਗਈ। ਉਸ ਦੀ ਮੌਤ ਦੀ ਖਬਰ ਵਿਸ਼ਵ ਦੀਆਂ ਸਭ ਸੰਚਾਰਨ ਪ੍ਰਣਾਲੀਆਂ ਰਾਹੀਂ 6 ਵਜੇ ਦੀਆਂ ਖਬਰਾਂ ਵਿੱਚ ਦਿੱਤੀ ਗਈ। ਸਾਰੀਆਂ ਕੌਮੀ ਅਖਬਾਰਾਂ ਨੇ ਆਪਣੇ ਵਿਸ਼ੇਸ਼ ਸੂਚਨਾ ਪੱਤਰ ਵਿੱਚ ਇਹ ਖਬਰ ਦਿੰਦਿਆਂ ਛਾਪੇ ਜਿਵੇਂ ਉਹਨਾਂ ਨੂੰ ਸਰਕਾਰੀ ਤੌਰ 'ਤੇ ਦੱਸਿਆ ਗਿਆ ਸੀ ਕਿ ਮਾਰਨ ਵਾਲੇ 2 ਸਿੱਖ ਤੇ 1 ਮੋਨਾ ਸੀ। ਭਾਰਤੀ ਪ੍ਰੈਸ ਦਾ ਸਥਾਪਿਤ ਦਸਤੂਰ ਸੀ ਕਿ ਸੰਪਰਦਾਇਕ ਕਾਤਲਾਂ ਵਿੱਚ ਉਹ ਕਾਤਲਾਂ ਦੇ ਧਰਮ ਬਾਰੇ ਕੁਝ ਨਹੀਂ ਦੱਸਦੇ। ਤੀਸਰੇ ਸ਼ਾਮਿਲ ਮੋਨੇ ਬੰਦੇ ਬਾਰੇ ਰਹੱਸ ਬਣਿਆ ਰਿਹਾ ਕਿਉਂਕਿ 2 ਸਿੱਖ ਹੀ ਮੌਕੇ 'ਤੇ ਗ੍ਰਿਫਤਾਰ ਕੀਤੇ ਗਏ ਸਨ। ਸਤਵੰਤ ਸਿੰਘ, ਕੇਹਰ ਸਿੰਘ ਤੇ ਬਲਬੀਰ ਸਿੰਘ ਨੂੰ ਮਰਹੂਮ ਬੇਅੰਤ ਸਿੰਘ ਸਮੇਤ ਸ਼੍ਰੀਮਤੀ ਗਾਂਧੀ ਦੇ ਕਤਲ ਦੇ ਦੋਸ਼ੀ ਪਾਇਆ ਗਿਆ। ਤਿੰਨਾਂ ਨੂੰ ਹੀ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਮਹੇਸ਼ ਚੰਦਰ ਨੇ ਮੌਤ ਦੀ ਸਜ਼ਾ ਦਿੱਤੀ। ਦਿੱਲੀ ਹਾਈ ਕੋਰਟ ਦੇ ਜੱਜਾਂ ਦੇ ਇੱਕ ਬੈਚ ਨੇ ਜੋ S ਗੰਗਾਨਾਥਨ, B.N. ਕਿਰਪਾਲ ਤੇ M.K. ਚਾਵਲਾ ਤਿੰਨਾਂ ਜੱਜਾਂ ਉੱਪਰ ਆਧਾਰਿਤ ਸੀ, ਮੌਤ ਦੀ ਸਜ਼ਾ 3 ਦਸੰਬਰ 1986 ਦੇ ਫੈਸਲੇ ਵਿੱਚ ਬਹਾਲ ਰੱਖੀ। ਇਹ ਫੈਸਲਾ ਸਤਵੰਤ ਸਿੰਘ ਦੇ ਇਕਬਾਲੀਆ ਬਿਆਨ ਤੇ ਬਲਬੀਰ ਸਿੰਘ ਕੋਲੋਂ ਫੜੇ ਗਏ ਦਸਤਾਵੇਜ਼ਾਂ ਤੇ ਬੇਅੰਤ ਸਿੰਘ ਦੀ ਵਿਧਵਾ ਬਿਮਲਾ ਕੌਰ ਖਾਲਸਾ ਅਤੇ ਇੱਕ ਪੁਲਸੀਏ ਦੀ ਗਵਾਹੀ ਤੇ ਆਧਾਰਿਤ ਸੀ। ਪੰਜਾਬ ਵਿੱਚ 3 ਸਾਲਾ ਸੰਪਰਦਾਇਕ ਕਤਲਾਂ ਪਿੱਛੋਂ ਸ਼੍ਰੀਮਤੀ ਗਾਂਧੀ ਦੇ ਕਤਲ ਦੇ ਵੀ ਹਿੰਸਕ ਮੋੜਵੇਂ ਪ੍ਰਭਾਵ ਪੈਣੇ ਹੀ ਸਨ। ਭਾਵੇਂ ਪੰਜਾਬ ਵਿੱਚ ਕਤਲਾਂ ਦਾ ਸ਼ਿਕਾਰ ਹਿੰਦੂ ਤੇ ਸਿੱਖ ਬਰਾਬਰ ਦੇ ਹੀ ਸਨ। ਪੰਜਾਬ ਵਿੱਚ 3 ਸਾਲਾ ਸੰਪਰਦਾਇਕ ਕਤਲਾਂ ਪਿੱਛੋਂ ਸ਼੍ਰੀਮਤੀ ਗਾਂਧੀ ਦੇ ਕਤਲ ਦੇ ਵੀ ਹਿੰਸਕ ਮੋੜਵੇਂ ਪ੍ਰਭਾਵ ਪੈਣੇ ਹੀ ਸਨ। ਭਾਵੇਂ ਪੰਜਾਬ ਵਿੱਚ ਕਤਲਾਂ ਦਾ ਸ਼ਿਕਾਰ ਹਿੰਦੂ ਤੇ ਸਿੱਖ ਬਰਾਬਰ ਦੇ ਸਨ, ਪਰ ਕਿਉਂਕਿ ਕਾਤਲ ਸਭ ਸਿੱਖ ਹੀ ਸਨ, ਇਸ ਲਈ ਇਹ ਸਮਝਿਆ ਗਿਆ ਕਿ ਸਾਰੇ ਸਿੱਖ ਹੀ ਦੋਸ਼ੀ ਸਨ ਤੇ ਉਹਨਾਂ ਨੂੰ ਸਜ਼ਾ ਦੇਣੀ ਹੀ ਚਾਹੀਦੀ ਸੀ। ਜਿਸ ਗੱਲ ਨੇ ਬਲਦੀ ਤੇ ਤੇਲ ਪਾਇਆ ਤੇ ਜਿਸ ਨਾਲ ਸਿੱਖਾਂ ਦੇ ਵਿਰੁੱਧ ਭਾਵਨਾ ਵਧੀ, ਉਸ ਦਾ ਕਾਰਨ ਇਹ ਸੀ ਕਿ ਕਿਸੇ ਵੀ ਉੱਘੇ ਸਿੱਖ ਨੇ ਨਾ ਤਾਂ ਭਿੰਡਰਾਂਵਾਲੇ ਵਿਰੁੱਧ ਤੇ ਨਾ ਹੀ ਆਤੰਕਵਾਦੀ ਦਲਾਂ ਹੱਥੋਂ ਮਾਸੂਮ ਤੇ ਨਿਰਦੋਸ਼ ਹਿੰਦੂਆਂ ਦੇ ਕਤਲਾਂ ਦੇ ਵਿਰੁੱਧ ਆਵਾਜ਼ ਉਠਾਈ। 31 ਅਕਤੂਬਰ ਦੀਆਂ ਤਰਕਾਲਾਂ ਵੇਲੇ ਏਮਜ਼ ਦੇ ਉਦਾਲੇ ਹਜੂਮ ਜੁੜਨਾ ਸ਼ੁਰੂ ਹੋ ਗਿਆ ਤੇ ਨੇੜੇ ਤੇੜੇ ਜੋ ਵੀ ਸਿੱਖ ਮਿਲਿਆ ਉਸ ਦੀ ਖਿੱਚ ਧੂਹ ਸ਼ੁਰੂ ਕਰ ਦਿੱਤੀ। ਰਾਸ਼ਟਰਪਤੀ ਜੈਲ ਸਿੰਘ, ਜਿਸ ਨੂੰ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖਬਰ ਦਿੱਲੀ ਨੂੰ ਆਉਂਦਿਆਂ ਰਸਤੇ ਵਿੱਚ ਹੀ ਮਿਲੀ, ਉਹ ਹਵਾਈ ਅੱਡੇ ਤੋਂ ਸਿੱਧਾ ਏਮਜ਼ ਪਹੁੰਚਿਆ। ਸ਼੍ਰੀਮਤੀ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਮਗਰੋਂ ਜਦੋਂ ਰਾਸ਼ਟਰਪਤੀ ਰਾਸ਼ਟਰੀ ਭਵਨ ਵੱਲ ਜਾ ਰਿਹਾ ਸੀ, ਉਸ ਦੀ ਕਾਰ 'ਤੇ ਹਜੂਮ ਨੇ ਪੱਥਰ ਮਾਰੇ। ਕੇਂਦਰੀ ਮੰਤਰੀ ਮੰਡਲ ਕਾਂਗਰਸੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਸਲਾਹ ਕੀਤੇ ਬਿਨਾਂ ਹੀ ਰਾਸ਼ਟਰਪਤੀ ਜੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਸਹੁੰ ਚੁਕਾਉਣ ਦਾ ਫੈਸਲਾ ਕਰ ਲਿਆ। ਬੰਬਈ ਦੇ ਮੈਗਜ਼ੀਨ ਔਨਲੂਕਰ ਨੂੰ ਇੱਕ ਮੁਲਾਕਾਤ ਦੌਰਾਨ ਮਗਰੋਂ ਜੈਲ ਸਿੰਘ ਨੇ ਕਿਹਾ ਕਿ ਜੇ ਉਹ ਕਿਸੇ ਵੀ ਸੀਨੀਅਰ ਮੰਤਰੀ ਪ੍ਰਣਬ ਮੁਖਰਜੀ, P.V. ਨਰਸਿਮਹਾ ਰਾਓ ਜਾਂ P.C. ਸੇਠੀ ਨੂੰ ਨਿਯੁਕਤ ਕਰ ਦਿੰਦਾ ਤਾਂ ਕਾਂਗਰਸ ਪਾਰਟੀ ਵਿੱਚ ਫੁੱਟ ਪੈ ਜਾਣੀ ਸੀ ਤੇ ਉਸ ਨਾਜ਼ੁਕ ਘੜੀ ਵਿੱਚ ਇਹ ਮੁਲਕ ਦੇ ਹਿੱਤ ਵਿੱਚ ਵੀ ਨਹੀਂ ਹੋਣਾ ਸੀ ਤੇ ਕਾਂਗਰਸ ਦੇ ਬਦਲ ਵਜੋਂ ਹੋਰ ਕੋਈ ਪਾਰਟੀ ਵੀ ਨਹੀਂ ਸੀ।
ਉਸਨੇ ਗੱਲ ਜਾਰੀ ਰੱਖਦਿਆਂ ਕਿਹਾ, ਮੈਂ ਨਹਿਰੂ ਗਾਂਧੀ ਪਰਿਵਾਰ ਪ੍ਰਤੀ ਕੁਝ ਰਿਣ ਵੀ ਚੁਕਾਉਣਾ ਚਾਹੁੰਦਾ ਸੀ। ਆਖਰ ਮੈਂ ਪੰਡਿਤ ਜੀ ਦੀ ਪਿਛਲੱਗ ਸੀ ਤੇ ਸ਼੍ਰੀਮਤੀ ਗਾਂਧੀ ਨੇ ਮੈਨੂੰ ਪਹਿਲਾਂ ਗ੍ਰਹਿ ਮੰਤਰੀ ਤੇ ਫਿਰ ਮੁਲਕ ਦੇ ਸਭ ਤੋਂ ਉੱਚੇ ਪਦ ਤੇ ਨਾਮਜ਼ਦ ਕੀਤਾ ਤੇ ਆਖਿਰ ਵਿੱਚ ਮੈਂ ਇਹ ਵੀ ਸੋਚਿਆ ਕਿ ਰਾਜੀਵ ਗਾਂਧੀ ਆਧੁਨਿਕ ਯੁੱਗ ਦੀ ਸੋਚ ਦਾ ਮਾਲਕ ਹੈ, ਉਹਦਾ ਸਾਫ਼ ਸੁਥਰਾ ਬਿੰਬ ਹੈ, ਮਨੋਹਰ ਸ਼ਖਸੀਅਤ ਦਾ ਮਾਲਕ ਹੈ। ਉਸ ਨੂੰ ਦੇਸ਼ ਅੰਦਰ ਤੇ ਵਿਦੇਸ਼ਾਂ ਵਿੱਚ ਸਭ ਜਾਣਦੇ ਹਨ। ਮੈਂ ਸੋਚਿਆ ਕਿ ਉਹ ਮੁਲਕ ਨੂੰ ਦਰਪੇਸ਼ ਸੰਕਟ ਤੋਂ ਕੱਢ ਲਵੇਗਾ। ਰਾਜੀਵ ਗਾਂਧੀ ਨੇ ਆਪਣੇ ਮੰਤਰੀ ਮੰਡਲ ਦਾ ਪੁਨਰਗਠਨ ਕੀਤਾ ਤੇ ਰੱਖਿਆ ਤੇ ਵਿਦੇਸ਼ ਵਿਭਾਗ ਆਪਣੇ ਕੋਲ ਰੱਖੇ। ਕੁਝ ਹੱਦ ਤੱਕ ਆਪ ਮੁਹਾਰੀ ਸਿੱਖ ਵਿਰੋਧੀ ਹਿੰਸਾ ਦਾ ਅਨੁਮਾਨ ਲਾਇਆ ਜਾ ਸਕਦਾ ਸੀ ਤੇ ਉਸ ਨੂੰ ਤੇਜ਼ੀ ਨਾਲ ਸਖਤ ਪੁਲਿਸ ਕਾਰਵਾਈ ਨਾਲ ਕਾਬੂ ਕੀਤਾ ਜਾ ਸਕਦਾ ਸੀ। ਜੋ ਕੁਝ ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ ਹੋਇਆ, ਉਸ ਤੋਂ ਪ੍ਰਬੰਧਕੀ ਤੇ ਰਾਜਸੀ ਮਿਲੀਭੁਗਤ ਦੀ ਅਤਿਅੰਤ ਭਿਆਨਕ ਤੇ ਖੌਫਨਾਕ ਗਾਥਾ ਦਾ ਪਤਾ ਲੱਗਦਾ ਹੈ, ਜੋ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਇਤਨੇ ਵੱਡੇ ਪੈਮਾਨੇ ਤੇ ਪਹਿਲਾਂ ਕਦੇ ਨਹੀਂ ਵਾਪਰਿਆ ਸੀ। ਏਮਸ ਤੋਂ ਹਜੂਮ ਲਾਗਲੇ ਇਲਾਕੇ ਵਿੱਚ ਫੈਲ ਗਏ। ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਕੁਝ ਨਾ ਕੀਤਾ। ਸੂਰਜ ਛਿਪਣ ਤੱਕ ਨਵੀਂ ਦਿੱਲੀ ਦੇ ਮੁੱਖ ਖਰੀਦਦਾਰੀ ਕੇਂਦਰ ਕਮਾਨ ਸਰਕਸ ਲੁੱਟ ਕੇ ਅੱਗ ਲਾ ਦਿੱਤੀ ਗਈ। ਇਹ ਦ੍ਰਿਸ਼ਾਂ ਨੂੰ ਵੱਡੇ ਹਜੂਮ ਵੇਖਦੇ ਰਹੇ। ਪੁਲਿਸ ਜੋ ਭਾਰੀ ਗਿਣਤੀ ਵਿੱਚ ਮੌਜੂਦ ਸੀ, ਖਾਮੋਸ਼ ਤਮਾਸ਼ਾਈ ਬਣੀ ਰਹੀ। ਸਿੱਖ ਚਾਲਕਾਂ ਦੀਆਂ ਕਾਰਾਂ, ਟਰੱਕ, 3 ਪਹੀਏ ਆਟੋ ਤੇ ਸਕੂਟਰਾਂ ਨੂੰ ਤੋੜ-ਫੋੜ ਕੇ ਅੱਗ ਲਾ ਦਿੱਤੀ ਗਈ। ਵੱਖ-ਵੱਖ ਬਸਤੀਆਂ ਤੇ ਇਲਾਕਿਆਂ ਵਿੱਚੋਂ ਧੂੰਏਂ ਦੇ ਬੱਦਲ ਉੱਠਣੇ ਸ਼ੁਰੂ ਹੋ ਗਏ ਤੇ ਸ਼ਾਮ ਵੇਲੇ ਆਕਾਸ਼ ਸੜ ਰਹੀ ਸੁਗੰਧ ਨਾਲ ਲਾਲ ਹੋ ਗਿਆ। ਸਾਫ਼ ਦਿਸ ਰਿਹਾ ਸੀ ਕਿ ਇਹ ਸ਼ੋਲੇ ਬੁਝਾਏ ਨਾ ਗਏ ਤਾਂ ਸਾਰਾ ਸ਼ਹਿਰ ਅੱਗ ਦੀ ਲਪੇਟ ਵਿੱਚ ਆ ਜਾਏਗਾ। ਉਸ ਸਮੇਂ ਤੱਕ ਕਿਸੇ ਸਿੱਖ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਸੀ। ਸਥਿਤੀ ਨੂੰ ਕਾਬੂ ਕਰਨ ਲਈ ਨਾ ਤਾਂ ਦਿੱਲੀ ਪ੍ਰਸ਼ਾਸਨ ਨੇ ਤੇ ਨਾ ਹੀ ਕੇਂਦਰੀ ਸਰਕਾਰ ਨੇ ਕੋਈ ਕਾਹਲ ਵਿਖਾਈ। ਇਹ ਮਗਰੋਂ ਭੇਤ ਖੁੱਲ੍ਹਿਆ ਕਿ ਦਿੱਲੀ ਪ੍ਰਸ਼ਾਸਨ ਨੂੰ ਸਥਾਨਕ ਕਾਂਗਰਸ ਤੋਂ ਆਦੇਸ਼ ਮਿਲ ਰਹੇ ਸਨ ਤੇ ਕਾਂਗਰਸੀ ਹਕੂਮਤ ਵਾਲੇ ਰਾਜਾਂ ਵਿੱਚ ਵੀ ਪੁਲਿਸ ਨੂੰ ਦਖਲ ਨਾ ਦੇਣ ਦੀ ਹਦਾਇਤ ਦਿੱਤੀ ਗਈ ਸੀ। ਸਿੱਖਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਸੀ ਜਿਸ ਨੂੰ ਉਹ ਕਦੇ ਨਾ ਭੁਲਾ ਸਕਣ। ਆਰੰਭਕ ਆਪ ਮੁਹਾਰੇ ਸਿੱਖ ਵਿਰੋਧੀ ਉਬਾਲ ਤੇ ਪੜਾਕੇ ਨੂੰ ਬੜੀ ਸੋਚੀ ਸਮਝੀ ਚਾਲ ਨਾਲ ਲਾਂਬੂ ਤੇ ਭਾਂਬੜ ਵਿੱਚ ਤਬਦੀਲ ਕੀਤਾ ਗਿਆ, ਜਿਸ ਨੇ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤਾਮਿਲਨਾਡੂ ਵਿੱਚ ਇੱਕਾ-ਦੁੱਕਾ ਘਟਨਾਵਾਂ ਤੋਂ ਬਿਨਾਂ ਅਜਿਹੀ ਹਿੰਸਾ ਕਾਂਗਰਸ ਦੀ ਹਕੂਮਤ ਵਾਲੇ ਰਾਜਾਂ ਵਿੱਚ ਸਥਾਨਕ ਨੇਤਾਵਾਂ ਦੇ ਦਿਮਾਗ ਦੀ ਵਿਉਂਤ ਸੀ, ਜਿਨ੍ਹਾਂ ਵਿੱਚ ਲੋਕ ਸਭਾ ਮੈਂਬਰ ਵੀ ਸ਼ਾਮਿਲ ਸਨ। ਸਿੱਖਾਂ ਨੂੰ ਸਬਕ ਸਿਖਾਓ ਦੀ ਕਾਰਵਾਈ 31 ਅਕਤੂਬਰ ਦੀ ਰਾਤ ਨੂੰ ਸ਼ੁਰੂ ਕੀਤੀ ਗਈ। ਪਹਿਲਾਂ ਇਹ ਖਬਰ ਫੈਲਾਈ ਗਈ ਕਿ ਸਿੱਖ ਸ਼੍ਰੀਮਤੀ ਗਾਂਧੀ ਦੇ ਕਤਲ ਦੀ ਗਲੀਆਂ ਵਿੱਚ ਭੰਗੜਾ ਪਾ ਕੇ ਖੁਸ਼ੀ ਮਨਾ ਰਹੇ ਸਨ, ਮਠਿਆਈਆਂ ਵੰਡ ਰਹੇ ਸਨ ਤੇ ਘਰਾਂ ਵਿੱਚ ਰੌਸ਼ਨੀਆਂ ਕਰ ਰਹੇ ਸਨ। ਸੁਤੰਤਰ ਸੰਸਥਾਵਾਂ ਵੱਲੋਂ ਕੀਤੀ ਪੜਤਾਲ ਅਨੁਸਾਰ ਭਾਰਤ ਭਰ ਵਿੱਚ ਇੱਕ ਥਾਂ ਵੀ ਸਿੱਖਾਂ ਵੱਲੋਂ ਜਸ਼ਨ ਮਨਾਏ ਜਾਣ ਦੀ ਘਟਨਾ ਨਾ ਲੱਭੀ, ਪਰੰਤੂ ਇੰਗਲੈਂਡ, ਅਮਰੀਕਾ ਤੇ ਕੈਨੇਡਾ ਵਿੱਚ ਛੋਟੀਆਂ-ਛੋਟੀਆਂ ਟੋਲੀਆਂ ਨੇ ਅਜਿਹੇ ਜਸ਼ਨ ਮਨਾਏ। ਇਸ ਮਗਰੋਂ ਇਹ ਕਹਾਣੀਆਂ ਫੈਲਾਈਆਂ ਗਈਆਂ ਕਿ ਸਿੱਖਾਂ ਵੱਲੋਂ ਕਤਲ ਕੀਤੇ ਗਏ ਹਿੰਦੂਆਂ ਦੀਆਂ ਭਰੀਆਂ ਗੱਡੀਆਂ ਪੰਜਾਬ 'ਚੋਂ ਦਿੱਲੀ ਪਹੁੰਚ ਗਈਆਂ ਹਨ। ਅੱਧੀ ਰਾਤ ਤੱਕ ਇੱਕ ਹੋਰ ਅਫਵਾਹ ਫੈਲਾ ਦਿੱਤੀ ਗਈ ਕਿ ਸਿੱਖਾਂ ਨੇ ਦਿੱਲੀ ਦੇ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ ਸੀ। ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਵਿੱਚ ਇਹ ਗੱਲ ਸਿੱਧ ਹੋ ਗਈ ਕਿ ਪੁਲਸੀਏ ਆਪ ਹੀ ਗੱਡੀਆਂ ਤੇ ਚੜ੍ਹ ਕੇ ਲਾਊਡ ਸਪੀਕਰਾਂ ਰਾਹੀਂ ਗੱਡੀਆਂ ਦੇ ਆਉਣ ਤੇ ਪਾਣੀ ਵਿੱਚ ਜ਼ਹਿਰ ਮਿਲਾਉਣ ਦਾ ਐਲਾਨ ਕਰਦੇ ਰਹੇ। ਇਸ ਦੌਰਾਨ ਸਰਕਾਰੀ ਪ੍ਰਬੰਧ ਅਧੀਨ ਦੂਰਦਰਸ਼ਨ ਲਗਾਤਾਰ ਸ਼੍ਰੀਮਤੀ ਗਾਂਧੀ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਦਿਖਾਉਂਦਾ ਰਿਹਾ ਤੇ ਨਾਮਜ਼ਦਾ ਰਾਜੀਵ ਗਾਂਧੀ ਪਰਚਾਉਣੀ ਕਰਨ ਆਉਂਦੇ ਲੋਕਾਂ ਨੂੰ ਮਿਲਦਾ ਰਿਹਾ, ਜੋ ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਇੰਦਰਾ ਗਾਂਧੀ ਜ਼ਿੰਦਾਬਾਦ ਤੇ ਖੂਨ ਕਾ ਬਦਲਾ ਖੂਨ ਸੇ ਲੇਂਗੇ ਦੇ ਨਾਅਰੇ ਲਾਉਂਦੇ ਰਹੇ।
ਇਹ ਤਿਆਰੀ ਕਰਨ ਪਿੱਛੋਂ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੇ ਟਰੱਕਾਂ ਵਿੱਚ ਬਾਹਰਲੀਆਂ ਬਸਤੀਆਂ ਤੋਂ ਪੇਂਡੂਆਂ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਕੋਲ ਲੋਹੇ ਦੇ ਸਰੀਏ ਤੇ ਮਿੱਟੀ ਦੇ ਤੇਲ ਅਤੇ ਪੈਟਰੋਲ ਦੇ ਕਣਸਤਰ ਸਨ। ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਪੁਲਿਸ ਉਹਨਾਂ ਨੂੰ ਰੋਕਣ ਲਈ ਦਖਲ ਨਹੀਂ ਦੇਵੇਗੀ। ਨੌਜਵਾਨ ਜਾਟਾਂ, ਗੱਜਰਾਂ ਤੇ ਨੀਵੀਆਂ ਜਾਤਾਂ ਦੇ ਹਿੰਦੂਆਂ ਨੂੰ ਇਹ ਲਾਲਚ ਦੇਣ ਦੀ ਲੋੜ ਹੀ ਨਹੀਂ ਸੀ ਕਿ ਉਹ ਆਉਣ ਤੇ ਅਮੀਰ ਸਿੱਖਾਂ ਦਾ ਸਮਾਨ ਲੁੱਟਣ ਤੇ ਜੋ ਵੀ ਮਾਲ ਹੱਥ ਲੱਗਦਾ ਹੈ ਲੈ ਜਾਣ। ਇਹਨਾਂ ਗੰਵਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲੁੱਟ-ਮਾਰ ਹੀ ਕਾਫੀ ਸੀ। ਕਤਲ, ਅਗਜ਼ਨੀ ਤੇ ਬਲਾਤਕਾਰ ਤਾਂ ਉਹਨਾਂ ਲਈ ਵਾਧੂ ਝੁੰਗਾ ਜਾਂ ਨਫ਼ਾ ਸੀ ਜੋ ਉਹ ਕਰ ਰਹੇ ਸਨ। ਇਹ ਉਹਨਾਂ ਦੇ ਅਪਰਾਧ ਨੂੰ ਸਹੀ ਠਹਿਰਾਉਣ ਲਈ ਕਾਫੀ ਸੀ। ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਮਾਰੇ ਜਾਣ ਦਾ ਉਂਝ ਤਾਂ ਕੋਈ ਗਮ ਨਹੀਂ ਸੀ ਤੇ ਨਾ ਹੀ ਕੋਈ ਗੁੱਸਾ। ਸਿੱਖਾਂ ਵੱਲੋਂ ਕੋਈ ਵਿਰੋਧ ਜਾਂ ਮੁਕਾਬਲੇ ਦੀ ਬੜੀ ਘੱਟ ਸੰਭਾਵਨਾ ਸੀ। ਉਹਨਾਂ ਦੀ ਵਸੋਂ ਹਿੰਦੂਆਂ ਦੀ ਦਿੱਲੀ ਵਿੱਚ 83% ਦੇ ਮੁਕਾਬਲੇ ਮਸਾਂ ਹੀ 7.5% ਸੀ ਤੇ ਮੁਸਲਮਾਨਾਂ ਦੇ ਵਿਪਰੀਤ ਜੋ ਮੁਹੱਲਿਆਂ ਵਿੱਚ ਇਕੱਠੇ ਰਹਿੰਦੇ ਸਨ ਤੇ ਉਹਨਾਂ ਨੂੰ ਫਿਰਕੂ ਫਸਾਦਾਂ ਦਾ ਅਨੁਭਵ ਹੋ ਚੁੱਕਾ ਸੀ, ਪਰ ਸਿੱਖ ਹਿੰਦੂਆਂ ਵਿੱਚ ਹੀ ਉਹਨਾਂ ਵੱਲੋਂ ਹਿੰਸਾ ਤੋਂ ਬੇਫਿਕਰ ਹੋ ਕੇ ਰਹਿੰਦੇ ਸਨ। ਇਸ ਦੇ ਨਾਲ ਇਹ ਗੱਲ ਵੀ ਸੀ ਕਿ ਮੁਸਲਮਾਨਾਂ ਦੇ ਉਲਟ, ਜਿਨ੍ਹਾਂ ਨੂੰ ਦੂਰੋਂ ਪਛਾਣਨਾ ਔਖਾ ਸੀ, ਸਿੱਖ ਮਰਦਾਂ ਦੀ ਵੱਖਰੀ ਸੂਰਤ ਤਾਂ ਹਮਲਾਵਰਾਂ ਦੇ ਕੰਮ ਨੂੰ ਹੋਰ ਵੀ ਸੁਖਾਲਾ ਕਰ ਦਿੰਦੀ ਸੀ। ਉਹਨਾਂ ਨੂੰ ਉਹਨਾਂ ਲੋਕਾਂ ਦਾ ਮੁਕਾਬਲਾ ਕਰਨਾ ਪਿਆ ਜੋ ਹੱਥਾਂ ਵਿੱਚ ਮੱਤ ਸੂਚੀਆਂ ਲੈ ਕੇ ਲੁਟੇਰਿਆਂ ਨੂੰ ਸਿੱਖਾਂ ਦੇ ਘਰ, ਦੁਕਾਨਾਂ ਤੇ ਹੋਰ ਜਾਇਦਾਦ ਲੁੱਟਣ ਲਈ ਨਿਰਦੇਸ਼ ਦੇ ਰਹੇ ਸਨ। ਇਸ ਤਰ੍ਹਾਂ ਸਿੱਖਾਂ ਨੂੰ ਮਾਰਨਾ 1 ਨਵੰਬਰ ਤੋਂ ਸ਼ੁਰੂ ਹੋ ਕੇ ਸ਼੍ਰੀਮਤੀ ਗਾਂਧੀ ਦੇ ਦਾਹ ਸੰਸਕਾਰ ਤੱਕ, ਭਾਵ 3 ਨਵੰਬਰ ਦੀ ਢਲਦੀ ਦੁਪਹਿਰ ਤੱਕ ਬੇਰੋਕ ਜਾਰੀ ਰਿਹਾ। ਦਿੱਲੀ ਵਿੱਚ ਲਗਭਗ 1000 ਸਿੱਖ ਗੁਰਦੁਆਰੇ ਤੇ ਸਿੱਖਾਂ ਦੀਆਂ ਹਜ਼ਾਰਾਂ ਹੀ ਦੁਕਾਨਾਂ, ਘਰ, ਕਾਰਖਾਨੇ ਲੁੱਟ ਕੇ ਬਰਬਾਦ ਕੀਤੇ ਗਏ। ਸਿੱਖ ਇਸਤਰੀਆਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਸਿੱਖਾਂ ਨੂੰ, ਖਾਸ ਕਰਕੇ 15 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਦੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ। ਗੱਡੀਆਂ ਤੇ ਬੱਸਾਂ ਰੋਕ ਕੇ ਸਿੱਖਾਂ ਨੂੰ ਬਾਹਰ ਧੂਕੇ ਕਤਲ ਕੀਤਾ ਗਿਆ। ਗੱਡੀਆਂ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਬੇਹਿਸਾਬੇ ਫੌਜੀ ਅਫਸਰ ਵੀ ਸ਼ਾਮਿਲ ਸਨ। ਮਾਰਨ ਦਾ ਇੱਕੋ ਨਿਸ਼ਚਿਤ ਢੰਗ ਸੀ। ਪਹਿਲਾਂ ਮਾਰੇ ਜਾਣ ਵਾਲੇ ਆਪਣੇ ਸ਼ਿਕਾਰ ਨੂੰ ਉਹ ਲੋਹੇ ਦੇ ਡੰਡਿਆਂ ਨਾਲ ਕੁੱਟਦੇ ਮਾਰਦੇ, ਫਿਰ ਪੈਟਰੋਲ ਪਾ ਕੇ ਅੱਗ ਲਾ ਦਿੰਦੇ। ਇਸ ਘੱਲੂਘਾਰੇ ਦੇ ਮਗਰਲੇ ਪੜਾਅ ਵਿੱਚ ਮਾਰਨ ਦੇ ਢੰਗਾਂ ਵਿੱਚ ਕੁਝ ਚਤੁਰਾਈ ਵਰਤੀ ਗਈ। ਸੰਤਾਪੇ ਹੋਏ ਨਿਰਦੋਸ਼ਾਂ ਦੇ ਹੱਥ ਉਹਨਾਂ ਦੀ ਪਿੱਠ ਪਿੱਛੇ ਬੰਨ੍ਹ ਕੇ ਉਹਨਾਂ ਦੇ ਗਲ ਵਿੱਚ ਬਲ ਰਹੇ ਟਾਇਰ ਲਟ-ਲਟ ਬਲਦੇ ਹਾਰਾਂ ਵਾਂਗ ਪਾ ਦਿੱਤੇ ਜਾਂਦੇ। ਸਿੱਖਾਂ ਦੀ ਸਹਾਇਤ ਨੂੰ ਬੌੜਦੇ ਅਨੇਕਾਂ ਪੰਜਾਬੀ ਹਿੰਦੂਆਂ ਦੀਆਂ ਵੀ ਮਿਸਾਲਾਂ ਸਨ। ਇਸ ਤਰ੍ਹਾਂ ਭਾਜਪਾ ਤੇ RSS ਸੰਸਥਾਵਾਂ ਨੇ ਵੀ ਸਹਾਇਤਾ ਕੀਤੀ। ਇਹਨਾਂ 4 ਦਿਨਾਂ ਵਿੱਚ ਮਾਰੇ ਗਏ ਸਿੱਖਾਂ ਦੀ ਸਹੀ ਗਿਣਤੀ ਕਰਨੀ ਅਸੰਭਵ ਹੋਵੇਗੀ। ਸਰਕਾਰੀ ਸੰਚਾਰ ਸਾਧਨਾਂ ਤੇ ਸਰਕਾਰੀ ਸੰਸਥਾਵਾਂ ਦੀਆਂ ਦੁਪੱਤੀਆਂ ਨੇ ਪਹਿਲਾਂ ਇਹ ਗਿਣਤੀ 400 ਦੱਸੀ। ਮਗਰੋਂ ਇਹ ਭੇਤ ਖੁੱਲ੍ਹਿਆ ਕਿ ਇਕੱਲੀ ਦਿੱਲੀ ਵਿੱਚ ਪਹਿਲੇ 2 ਦਿਨਾਂ ਵਿੱਚ ਮਾਰੇ ਗਏ ਸਿੱਖਾਂ ਦੀਆਂ ਵਿਧਵਾਵਾਂ ਦੀ ਗਿਣਤੀ, ਜਿਨ੍ਹਾਂ ਨੇ ਸ਼ਰਨਾਰਥੀ ਕੈਂਪਾਂ ਵਿੱਚ ਸ਼ਰਨ ਲਈ ਸੀ, 1000 ਤੋਂ ਵੱਧ ਸੀ। ਦਿੱਲੀ ਤੋਂ ਬਿਨਾਂ ਸਿੱਖਾਂ ਦੀਆਂ ਹੱਤਿਆਵਾਂ ਦੇ ਸਮੂਹਿਕ ਕਤਲ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਵੀ ਹੋਏ। ਸਭ ਤੋਂ ਜ਼ਿਆਦਾ ਨੁਕਸਾਨ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਾਨਪੁਰ, ਲਖਨਊ, ਰਾਂਚੀ ਤੇ ਰੁੜਕੇਲਾ ਵਰਗੇ ਸ਼ਹਿਰਾਂ ਵਿੱਚ ਹੋਇਆ। 10,000 ਸਿੱਖਾਂ ਦੇ ਮਾਰੇ ਜਾਣ ਦੇ ਆਂਕੜੇ, ਜਿਨ੍ਹਾਂ ਵਿੱਚ ਅੱਧੇ ਤੋਂ ਜ਼ਿਆਦਾ ਦਿੱਲੀ ਵਿੱਚ ਹੀ ਮਾਰੇ ਗਏ, ਕੋਈ ਅਤਿਕਥਨੀ ਨਹੀਂ ਸੀ। ਸੈਮੀਨਾਰ ਦੀ ਸੰਪਾਦਕਾ ਰਮੀਲਾ ਥਾਪਰ ਦੇ ਅਨੁਸਾਰ ਦਿੱਲੀ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ 6,000 ਤੋਂ 8,000 ਤੱਕ ਸੀ, ਜਿਸ ਵਿੱਚ 30 ਫੌਜੀ ਅਫਸਰ ਸਨ। 2,000 ਤੋਂ ਵੱਧ ਟੈਕਸੀਆਂ ਤੇ ਟਰੱਕ ਤਬਾਹ ਕੀਤੇ ਗਏ। 300 ਕਰੋੜ ਦੀ ਜਾਇਦਾਦ ਸਾੜੀ ਤੇ ਲੁੱਟੀ ਗਈ। ਸਿੱਖਾਂ ਦੀ ਜਾਇਦਾਦ ਦਾ ਹੀ ਅਨੁਮਾਨ ਲਾਉਣਾ
ਹੋਰ ਵੀ ਔਖਾ ਸੀ ਕਿਉਂਕਿ ਉਹਨਾਂ ਵਿੱਚ ਕਰੋੜਾਂ ਦੀ ਕੀਮਤ ਦੇ ਬੋਤਲਾਂ ਭਰਨ ਵਾਲੇ ਮੈਸਰਜ਼ ਪਿਊਰ ਡਰਿੰਕਸ ਦੇ 3 ਕਾਰਖਾਨਿਆਂ ਦੇ ਮਲਬੇ ਤੋਂ ਲੈ ਕੇ ਕੁਝ ਹਜ਼ਾਰਾਂ ਦੀਆਂ ਕੀਮਤਾਂ ਵਾਲੀਆਂ ਦੁਕਾਨਾਂ ਤੇ ਕਾਰਖਾਨੇ ਵੀ ਸ਼ਾਮਿਲ ਸਨ। ਭਾਰਤ ਦੇ ਵੱਖ-ਵੱਖ ਭਾਗਾਂ 'ਚੋਂ 20,000 ਤੋਂ 30,000 ਸਿੱਖ ਪਰਿਵਾਰ ਜਾਨਾਂ ਬਚਾ ਕੇ ਪੰਜਾਬ ਨੂੰ ਹਿਜਰਤ ਕਰਨ ਲੱਗੇ। ਕੀ ਸਿੱਖਾਂ ਦਾ ਸਮੂਹਿਕ ਕਤਲਾਮ ਰੋਕਿਆ ਜਾ ਸਕਦਾ ਸੀ? ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਜੇ ਕੇਂਦਰੀ ਸਰਕਾਰ ਚਾਹੁੰਦੀ ਤਾਂ ਸਿੱਖਾਂ ਦੇ ਜਾਨ ਮਾਲ ਦਾ ਨੁਕਸਾਨ ਬਹੁਤ ਘਟਾਇਆ ਜਾ ਸਕਦਾ ਸੀ। ਨਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ, ਜਿਸ ਕੋਲ ਰੱਖਿਆ ਵਿਭਾਗ ਵੀ ਸੀ, ਉਸ ਨੂੰ ਜਿਸ ਪੱਧਰ ਤੇ ਹਿੰਸਾ ਤੇ ਮਾਰ-ਧਾੜ ਹੋ ਰਹੀ ਸੀ, ਉਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। 31 ਅਕਤੂਬਰ ਦੀ ਸ਼ਾਮ ਨੂੰ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਜਿਸ ਵਿੱਚ ਦਿੱਲੀ ਦਾ ਉਪ ਰਾਜਪਾਲ, ਦਿੱਲੀ ਦਾ ਪੁਲਿਸ ਕਮਿਸ਼ਨਰ ਤੇ ML ਫੌਤੇਦਾਰ, ਜੋ ਗਾਂਧੀ ਪਰਿਵਾਰ ਦਾ ਵਿਸ਼ਵਾਸ ਪਾਤਰ ਸੀ ਤੇ ਮਗਰੋਂ ਰਾਜੀਵ ਗਾਂਧੀ ਦੇ ਮੰਤਰੀ ਮੰਡਲ ਦਾ ਵਜ਼ੀਰ ਰਿਹਾ, ਹਾਜ਼ਰ ਸਨ। ਇਸ ਮੀਟਿੰਗ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੇ ਇਹ ਵਿਚਾਰ ਪ੍ਰਗਟ ਕੀਤਾ ਕਿ ਸੈਨਾ ਬੁਲਾ ਲਈ ਜਾਵੇ, ਨਹੀਂ ਤਾਂ ਤਬਾਹੀ ਹੋ ਜਾਵੇਗੀ। ਇਸ ਵਿਚਾਰ ਵੱਲ ਕਿਸੇ ਨੇ ਧਿਆਨ ਨਾ ਦਿੱਤਾ। ਉਸੇ ਸ਼ਾਮ ਨਵੇਂ ਗ੍ਰਹਿ ਮੰਤਰੀ PV ਨਰਸਿਮਹਾ ਰਾਓ ਨੇ ਭਾਜਪਾ ਨੇਤਾ ਅਟਲ ਬਿਹਾਰੀ ਵਾਜਪਾਈ ਨੂੰ ਇਹ ਭਰੋਸਾ ਦਿੱਤਾ ਕਿ 2 ਘੰਟਿਆਂ ਵਿੱਚ ਹੀ ਸਾਰੀ ਸਥਿਤੀ ਤੇ ਕਾਬੂ ਪਾ ਲਿਆ ਜਾਵੇਗਾ। ਆਕਾਸ਼ਬਾਣੀ ਤੋਂ ਪ੍ਰਧਾਨ ਮੰਤਰੀ ਨੇ ਸ਼ਾਂਤੀ ਕਰਨ ਲਈ ਅਪੀਲ ਕੀਤੀ, ਪਰ ਐਸਾ ਯਤਨ ਨਾ ਕੀਤਾ ਗਿਆ ਕਿ ਉਸ ਦੀ ਅਪੀਲ ਪ੍ਰਭਾਵਸ਼ਾਲੀ ਵੀ ਹੋਵੇ। ਪਹਿਲੀ ਰਾਤ ਕਰਫਿਊ ਵੀ ਨਾ ਲਾਇਆ ਗਿਆ। ਅਗਲੀ ਸਵੇਰ 1 ਨਵੰਬਰ ਨੂੰ ਜਿਹੜੇ ਸ਼ਹਿਰੀਆਂ ਨੇ ਰਾਸ਼ਟਰਪਤੀ ਤੇ ਮੰਤਰੀਆਂ ਦੇ ਘਰਾਂ ਵਿੱਚ ਜਾਣ ਦਾ ਹੌਸਲਾ ਵਿਖਾਇਆ, ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਫੌਜ ਬੁਲਾਈ ਜਾਵੇਗੀ ਤੇ ਕਰਫਿਊ ਲਾਇਆ ਜਾਵੇਗਾ। ਭਾਰਤੀ ਦੰਡਾਵਲੀ ਦੀ ਧਾਰਾ 144 ਲਾਈ ਗਈ, ਜਿਸ ਅਨੁਸਾਰ 4 ਤੋਂ ਵੱਧ ਆਦਮੀਆਂ ਦੇ ਇਕੱਠ ਹੋਣ ਦੀ ਮਨਾਹੀ ਹੋਵੇਗੀ। 1 ਨਵੰਬਰ ਦੀ ਦੁਪਹਿਰ ਤੱਕ ਮਗਰੋਂ ਕਰਫਿਊ ਲਾ ਦਿੱਤਾ ਗਿਆ। ਲੁੱਟ-ਮਾਰ ਕਰਦੇ ਹੁੱਲੜਬਾਜ਼ਾਂ ਨੇ ਦੋਹਾਂ ਆਦੇਸ਼ਾਂ ਦੀ ਪਰਵਾਹ ਨਾ ਕੀਤੀ ਤੇ ਬਿਨਾਂ ਡਰ ਦੇ ਆਪਣੇ ਭੈੜੇ ਕੰਮਾਂ ਵਿੱਚ ਜੁਟੇ ਰਹੇ। ਪੁਲਿਸ ਇਹ ਨਜ਼ਾਰੇ ਇੱਕ ਪਾਸੇ ਖੜੀ ਵੇਖਦੀ ਰਹੀ ਤੇ ਹਜੂਮ ਨੂੰ ਅਹਿੰਸਾ ਲਈ ਉਤਸ਼ਾਹ ਦਿੰਦੀ ਰਹੀ ਤੇ ਲੁੱਟ ਦੇ ਮਾਲ ਵਿੱਚੋਂ ਹਿੱਸਾ ਵੰਡਾਉਂਦੀ ਰਹੀ। 2 ਨਵੰਬਰ ਨੂੰ ਅਖਬਾਰਾਂ ਵਿੱਚ ਮੋਟੇ ਅੱਖਰਾਂ ਵਿੱਚ ਧੜੱਲੇ ਨਾਲ ਛਾਪਿਆ ਗਿਆ ਕਿ ਵੇਖਦਿਆਂ ਹੀ ਗੋਲੀ ਮਾਰਨ ਤੇ ਅਨਿਸ਼ਚਿਤ ਸਮੇਂ ਦਾ ਕਰਫਿਊ ਲਾਉਣ ਲਈ ਪੁਲਿਸ ਤੇ ਸੈਨਾ ਨੂੰ ਹੁਕਮ ਦੇ ਦਿੱਤਾ ਗਿਆ ਹੈ, ਪਰ ਕਿਸੇ ਨੂੰ ਨਾ ਤਾਂ ਵੇਖਦਿਆਂ ਗੋਲੀ ਹੀ ਮਾਰੀ ਗਈ ਤੇ ਨਾ ਹੀ 3 ਨਵੰਬਰ ਤੱਕ ਫੌਜ ਬੁਲਾਈ ਗਈ। ਉਹ ਵੀ ਵਧੇਰੇ ਕਰਕੇ ਵਿਸ਼ਵ ਦੇ ਸਿਆਸਤਦਾਨਾਂ ਨੂੰ ਸੁਰੱਖਿਆ ਦੇਣ ਲਈ ਸੱਦੀ ਗਈ, ਜੋ ਸ਼੍ਰੀਮਤੀ ਗਾਂਧੀ ਦੇ ਦਾਹ ਸੰਸਕਾਰ ਲਈ ਆਏ ਸਨ। ਉਸ ਸਮੇਂ ਤੱਕ ਸਿੱਖਾਂ ਦੇ ਲਹੂ ਨਾਲ ਦਿੱਲੀ ਦੀ ਪਿਆਸ ਬੁਝ ਚੁੱਕੀ ਸੀ। ਇਸ ਭਿਆਨਕ ਕਹਿਰ ਵਾਪਰਨ ਪਿੱਛੋਂ ਸਰਕਾਰ ਦਾ ਵਤੀਰਾ ਬਹੁਤ ਹੀ ਮੰਦਭਾਗਾ ਸੀ। ਸ਼੍ਰੀਮਤੀ ਗਾਂਧੀ ਦੇ ਜਨਮ ਦਿਨ ਤੇ 19 ਨਵੰਬਰ ਨੂੰ ਹੋਈ ਪਹਿਲੀ ਸਰਕਾਰੀ ਮੀਟਿੰਗ ਵਿੱਚ ਰਾਜੀਵ ਗਾਂਧੀ ਨੇ ਇੱਕ ਫਿਰਕੇ ਨਾਲ ਹੀ ਵਾਪਰੀ ਹਿੰਸਾ ਨੂੰ ਇਹ ਕਹਿ ਕੇ ਨਜ਼ਰਅੰਦਾਜ਼ ਕਰ ਦਿੱਤਾ ਕਿ ਜਦ ਵੱਡਾ ਬੋਹੜ ਦਾ ਦਰੱਖਤ ਡਿੱਗਦਾ ਹੈ ਤਾਂ ਇਸਦੇ ਹੇਠ ਜ਼ਮੀਨ ਵਿੱਚ ਤਰਥੱਲੀ ਤਾਂ ਆਉਂਦੀ ਹੀ ਹੈ। ਕਤਲਾਮ ਦਾ ਸ਼ਿਕਾਰ ਹੋਏ ਪਰਿਵਾਰਾਂ ਪ੍ਰਤੀ ਉਸਨੇ ਇੱਕ ਵੀ ਹਮਦਰਦੀ ਦਾ ਸ਼ਬਦ ਨਾ ਬੋਲਿਆ। ਜਿਨ੍ਹਾਂ ਨੂੰ ਸਜ਼ਾ ਦਿੱਤੀ ਗਈ, ਉਹਨਾਂ ਵਿੱਚ ਉਪ ਰਾਜਪਾਲ PG ਗਵਈ ਸੀ, ਜਿਸ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ, ਤੇ ਦੂਸਰਾ ਪੁਲਿਸ ਕਮਿਸ਼ਨਰ ਸੀ, ਜਿਸ ਨੂੰ ਮੁਅੱਤਲ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਤੇ ਗ੍ਰਹਿ ਸਕੱਤਰ, ਜਿਸ ਦਾ ਕੰਮ ਮੁਲਕ ਵਿੱਚ ਅਮਨ ਕਾਨੂੰਨ ਕਾਇਮ ਰੱਖਣਾ ਤੇ ਦੇਖਭਾਲ ਕਰਨਾ ਸੀ, ਉਸ ਨੂੰ ਤਾਂ ਸਗੋਂ ਇਨਾਮਾਂ ਨਾਲ ਨਿਵਾਜਿਆ ਗਿਆ। ਨਰਸਿਮਹਾ ਰਾਓ ਨੂੰ ਮੰਤਰੀ ਮੰਡਲ ਦਾ ਸਭ ਤੋਂ ਸੀਨੀਅਰ ਮੈਂਬਰ ਬਣਾ ਦਿੱਤਾ ਗਿਆ ਤੇ ਗ੍ਰਹਿ ਸਕੱਤਰ MS ਵਲੀ ਨੂੰ ਦਿੱਲੀ ਦਾ ਉਪ ਰਾਜਪਾਲ ਬਣਾ ਦਿੱਤਾ ਗਿਆ। ਇਨ੍ਹਾਂ ਅਪਰਾਧਾਂ ਕਾਰਨ ਫੜੇ ਗਏ 1809 ਵਿਅਕਤੀਆਂ ਨੂੰ ਜਾਂ ਤਾਂ ਜ਼ਮਾਨਤ ਤੇ ਛੱਡ ਦਿੱਤਾ ਗਿਆ ਜਾਂ ਕਾਂਗਰਸੀ ਨੇਤਾਵਾਂ ਦੀ ਮੁਦਾਖਲਤ ਕਾਰਨ ਰਿਹਾ ਕਰ ਦਿੱਤਾ ਗਿਆ। ਸਰਕਾਰ ਨੇ ਘੱਲੂਘਾਰੇ ਦੀ ਪੜਤਾਲ ਕਰਾਉਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਕਿ ਇਸਦਾ ਕੋਈ ਲਾਭ ਨਹੀਂ ਹੋਵੇਗਾ।
ਪਰ ਕਈ ਲੋਕ ਇਹ ਮਹਿਸੂਸ ਕਰਦੇ ਸਨ ਕਿ ਜੇ ਇਸ ਤਰ੍ਹਾਂ ਵੱਡੇ ਪੈਮਾਨੇ 'ਤੇ ਹੋਏ ਅਪਰਾਧਾਂ ਨੂੰ ਅਣਡਿੱਠ ਕਰਕੇ ਪਰਦਾਪੇਸ਼ੀ ਕੀਤੀ ਗਈ ਤੇ ਗੁੰਮਨਾਮੀ ਦੇ ਅੰਧਕਾਰ ਵਿੱਚ ਛੁਪਾ ਦਿੱਤਾ ਗਿਆ ਤਾਂ ਉਹਨਾਂ ਦੀ ਸੜਾਂਧ ਤੇ ਮੰਦੇ ਪ੍ਰਭਾਵ ਨਾਲ ਜ਼ੁਲਮ ਦੇ ਸ਼ਿਕਾਰ ਹੋਏ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਉਤੇਜਿਤ ਤੇ ਉਤਸ਼ਾਹਿਤ ਹੋ ਜਾਣਗੇ। ਇਸ ਪਾਸੇ ਦੀ ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਨੇ ਪਹਿਲ ਕੀਤੀ। ਘੱਲੂਘਾਰੇ ਤੇ ਕਤਲਾਮ ਦੇ ਬਚ ਰਹੇ ਚਸ਼ਮਦੀਦ ਗਵਾਹਾਂ ਤੋਂ ਨਾਗਰਿਕ ਏਕਤਾ ਮੰਚ ਦੇ ਸਵੈ ਸੇਵਕਾਂ ਨੇ ਜਾਣਕਾਰੀ ਇਕੱਤਰਤ ਕੀਤੀ। ਇਹਨਾਂ ਸੰਸਥਾਵਾਂ ਦਾ ਇੱਕ ਵੀ ਸਦੱਸਵੀ ਸਿੱਖ ਨਹੀਂ ਸੀ। ਉਹਨਾਂ ਦੀ ਖੋਜ ਦੇ ਨਿਰਕਸ਼ਕ ਸਤੰਬਰ 1984 ਵਿੱਚ ਕੌਣ ਦੋਸ਼ੀ ਹਨ ਦੇ ਸਿਰਲੇਖ ਅਧੀਨ ਛਾਪੇ ਗਏ। ਘਟਨਾਵਾਂ ਨੂੰ ਸਿਲਸਿਲੇਵਾਰ ਵਰਣਨ ਕਰਨ ਪਿੱਛੋਂ ਉਹਨਾਂ ਨੇ ਉਹਨਾਂ ਸਿਆਸਤਦਾਨਾਂ, ਪੁਲਿਸ ਵਾਲਿਆਂ ਤੇ ਦੂਸਰੇ ਵਿਅਕਤੀਆਂ ਦੇ ਨਾਮ ਛਾਪਣ ਦੀ ਦਲੇਰੀ ਵੀ ਕੀਤੀ ਜਿਨ੍ਹਾਂ ਨੂੰ ਚਸ਼ਮਦੀਦ ਗਵਾਹਾਂ ਨੇ ਪਛਾਣ ਲਿਆ ਸੀ। ਉਹਨਾਂ ਵਿੱਚ ਰਾਜੀਵ ਗਾਂਧੀ ਦੇ ਮੰਤਰੀ ਮੰਡਲ ਦਾ ਇੱਕ ਮੰਤਰੀ ਹਰਕ੍ਰਿਸ਼ਨ ਲਾਲ ਭਗਤ ਤੇ 3 ਲੋਕ ਸਭਾ ਦੇ ਮੈਂਬਰ ਜਗਦੀਸ਼ ਟਾਈਟਲਰ, ਜਿਸ ਨੂੰ ਕੁਝ ਮਹੀਨਿਆਂ ਮਗਰੋਂ ਮੰਤਰੀ ਦਾ ਪਦ ਦੇ ਦਿੱਤਾ ਗਿਆ, ਸੱਜਣ ਕੁਮਾਰ ਤੇ ਧਰਮ ਕੁਮਾਰ ਸ਼ਾਸਤਰੀ ਸਨ। ਜਿਹੜੇ ਦੂਸਰੇ ਸਿਆਸਤਦਾਨ ਸਨ ਉਹਨਾਂ ਵਿੱਚ ਦਿੱਲੀ ਮਹਾਨਗਰ ਪਾਲਿਕਾ ਤੇ ਰਾਜਧਾਨੀ ਕੌਂਸਲ ਦੇ ਮੈਂਬਰ ਤੇ ਹੋਰ ਜਵਾਨ ਨੇਤਾ ਸ਼ਾਮਿਲ ਸਨ। ਹਜੂਮ ਨੂੰ ਭੜਕਾਉਣ ਤੇ ਲੁੱਟ ਦੀ ਮਾਲ 'ਚੋਂ ਹਿੱਸਾ ਲੈਣ ਵਾਲੇ 13 ਪੁਲਿਸ ਅਫਸਰਾਂ ਦੇ ਨਾਮ ਵੀ ਦੱਸੇ ਗਏ ਤੇ 198 ਵੱਖ-ਵੱਖ ਅਪਰਾਧਾਂ ਵਿੱਚ ਹਿੱਸਾ ਲੈਣ ਦੇ ਦੋਸ਼ੀ ਪਾਏ ਗਏ। ਜਿਨ੍ਹਾਂ ਲੋਕਾਂ ਦੇ ਨਾਮ ਲਿਖੇ ਗਏ ਸਨ ਉਹਨਾਂ ਨੂੰ ਅਪਮਾਨ ਤੇ ਨਿੰਦਾ ਕਰਨ ਲਈ ਇਹਨਾਂ ਸੰਸਥਾਵਾਂ ਵੱਲੋਂ ਅਦਾਲਤ ਵਿੱਚ ਘੜੀਸਣ ਲਈ ਚੁਣੌਤੀ ਵੀ ਦਿੱਤੀ ਗਈ, ਪਰ ਕਿਸੇ ਨੇ ਇਸ ਚੁਣੌਤੀ ਨੂੰ ਸਵੀਕਾਰ ਨਾ ਕੀਤਾ, ਪਰ ਸਰਕਾਰ 'ਤੇ ਫਿਰ ਵੀ ਕੋਈ ਪ੍ਰਭਾਵ ਨਾ ਪਿਆ। ਦੋਸ਼ੀ ਕੌਣ ਹਨ? 2 ਮਗਰੋਂ ਇੱਕ ਹੋਰ ਉੱਚ ਅਧਿਕਾਰਿਤ ਗੈਰ ਸਰਕਾਰੀ ਪੜਤਾਲੀਆ ਕਮਿਸ਼ਨ, ਜਿਸ ਦੇ ਮੁਖੀ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ ਜਸਟਿਸ S.M. ਸੀਕਰੀ ਸਨ, ਨੇ ਆਪਣੀ ਰਿਪੋਰਟ ਛਾਪੀ। ਇਸ ਦੇ ਮੈਂਬਰਾਂ ਵਿੱਚ ਬਦਰੂ-ਉਦ-ਦੀਨ ਤਿਆਬਚੀ, ਰਾਜੇਸ਼ਵਰ ਦਿਆਲ, ਗੋਵਿੰਦ ਨਾਰਾਇਣ ਤੇ T.C.A. ਸ਼੍ਰੀ ਨਿਵਾਸ ਵਰਧਨ ਸ਼ਾਮਿਲ ਸਨ। ਕਮਿਸ਼ਨਰ ਨੇ ਹਿੰਸਾ ਵਾਲੀਆਂ ਥਾਵਾਂ ਵੇਖੀਆਂ, ਜ਼ੁਲਮ ਦੇ ਸ਼ਿਕਾਰ ਲੋਕਾਂ ਤੇ ਚਸ਼ਮਦੀਦ ਗਵਾਹਾਂ ਤੋਂ ਪੁੱਛ-ਗਿੱਛ ਕੀਤੀ ਤੇ ਦਿੱਤੇ ਗਏ ਹਲਫੀਆ ਬਿਆਨਾਂ ਦੀ ਖੋਜ ਪੜਤਾਲ ਕੀਤੀ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ ਦੋਹਾਂ ਵਿਅਕਤੀਆਂ ਨੇ ਕਮਿਸ਼ਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਕਮਿਸ਼ਨ ਨੇ ਆਪਣੀ ਖੋਜ ਦੇ ਨਿਰਣੇ 18 ਜਨਵਰੀ 1985 ਨੂੰ ਛਾਪ ਦਿੱਤੇ। ਇਸ ਨੇ ਸਿੱਟਾ ਕੱਢਿਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਦੇ ਵਹਿਸ਼ਿਆਨਾ ਕਤਲ ਨੇ ਇਹ ਸਾਰੇ ਜ਼ੁਲਮਾਂ ਦੀ ਚਿੰਗਾਰੀ ਭੜਕਾਈ। ਇੱਕੋ ਜਿਹੀ ਵਿਲੱਖਣ ਸ਼ੈਲੀ ਜਿਸ ਨਾਲ ਸਥਾਨਕ ਅੰਤਰ ਨਾਲ ਇਹ ਅਪਰਾਧ ਕੀਤੇ ਗਏ, ਇਹ ਸੰਕੇਤ ਦਿੰਦੇ ਹਨ ਕਿ ਕਿਸੇ ਪੜਾਅ 'ਤੇ ਉਦੇਸ਼ ਇਹੋ ਜਿਹਾ ਬਣ ਗਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਇਹਨਾਂ 'ਚੋਂ ਜੋ ਨਤੀਜੇ ਕੱਢੇ ਗਏ ਉਹਨਾਂ ਦਾ ਕਾਰਨ ਸ਼ਾਸਨ ਦੀ, ਪੁਲਿਸ ਦੀ ਟਾਲੀ ਜਾਣ ਵਾਲੀ ਘੋਰ ਅਸਫਲਤਾ, ਭੈੜੇ ਰਾਜਸੀ ਅਨਸਰਾਂ ਦੀ ਭੜਕਾਹਟ, ਸੂਚਨਾ ਮਾਧਿਅਮਾਂ ਦੀ ਸ਼ੱਕੀ ਭੂਮਿਕਾ ਤੇ ਸਰਕਾਰੀ ਮਸ਼ੀਨਰੀ ਦੀ ਲਾਪਰਵਾਹੀ, ਸਿਥਲਤਾ ਤੇ ਬੇਦਿਲੀ ਸੀ। ਸਿੱਟੇ ਇਹੋ ਹਨ ਕਿ ਪੰਜਾਬ ਤੇ ਦਿੱਲੀ ਵਿੱਚ ਹਿੰਸਾ ਤੇ ਆਤੰਕਵਾਦ ਦੇ ਮਾਹੌਲ ਪਿੱਛੋਂ ਸ਼ਾਸਨ ਨੂੰ ਰਾਜਸੀ ਸ਼ਖਸੀਅਤਾਂ ਦੀ ਸੁਰੱਖਿਆ ਲਈ ਵਧੇਰੇ ਸੁਚੇਤ ਹੋਣਾ ਚਾਹੀਦਾ ਸੀ। ਪ੍ਰਧਾਨ ਮੰਤਰੀ ਉੱਪਰ ਹਮਲਾ ਹੋਣ ਤੇ ਉਹਦੀ ਮੌਤ ਦੇ ਸਰਕਾਰੀ ਐਲਾਨ ਦੇ ਵਕਫੇ ਵਿੱਚ ਪ੍ਰਸ਼ਾਸਨ ਨੂੰ ਹਿੰਸਾ ਤੇ ਨਾਗਰਿਕ ਅਫਰਾ-ਤਫਰੀ ਨੂੰ ਰੋਕਣ ਲਈ ਉਚਿਤ ਕਦਮ ਉਠਾਉਣੇ ਚਾਹੀਦੇ ਸਨ। ਸਾਨੂੰ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਮਿਲਿਆ ਕਿ 31 ਅਕਤੂਬਰ ਜਾਂ ਅਗਲੀ ਸਵੇਰ ਨੂੰ ਮਨਾਹੀ ਦੇ ਹੁਕਮ ਲਾਗੂ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਹੋਵੇ। ਅਤਿਆਦ ਸਰਕਾਰ ਨੇ ਇਸ ਕਮਿਸ਼ਨ ਦੇ ਨਿਰਣਿਆਂ ਵੱਲ ਵੀ ਕੋਈ ਧਿਆਨ ਨਾ ਦਿੱਤਾ ਤੇ ਇਹੋ ਕਹਿਣਾ ਜਾਰੀ ਰੱਖਿਆ ਤੇ
ਇਸੇ ਗੱਲ 'ਤੇ ਅੜੀ ਰਹੀ ਕਿ ਸਰਕਾਰੀ ਤੌਰ 'ਤੇ ਅਦਾਲਤੀ ਪੜਤਾਲ ਨਾਲ ਦਿੱਲੀ ਦੇ ਸਿੱਖਾਂ ਦੀਆਂ ਸਮੱਸਿਆਵਾਂ ਹੋਰ ਉਲਝ ਜਾਣਗੀਆਂ ਤੇ ਜੇ ਕੋਈ ਅਜਿਹੀ ਪੜਤਾਲ ਕੀਤੀ ਹੀ ਜਾਣੀ ਹੈ ਤਾਂ ਇਹ ਅਕਾਲੀ ਨੇਤਾਵਾਂ ਨਾਲ ਸਮੁੱਚੇ ਪ੍ਰਸਤਾਵ ਦੇ ਰੂਪ ਵਿੱਚ ਸਿਆਸੀ ਸਮਝੌਤੇ ਦੇ ਰੂਪ ਵਿੱਚ ਹੋਵੇਗੀ, ਨਾ ਕਿ ਕੌਮੀ ਜ਼ਮੀਰ ਨੂੰ ਜਵਾਬਦੇਹ ਬਣਾ ਕੇ ਕੀਤੀ ਜਾਵੇਗੀ। ਆਖਿਰ ਸਮਝੌਤੇ ਅਨੁਸਾਰ ਪੜਤਾਲੀਆ ਕਮਿਸ਼ਨ ਦੀ ਮੰਗ ਮੰਨ ਲਈ ਗਈ। ਜਿਸ ਤਰ੍ਹਾਂ ਕਮਿਸ਼ਨ ਨੇ ਆਪਣਾ ਕਾਰਜ ਕੀਤਾ ਉਹ ਵੀ ਫਸਾਦਾਂ ਦੀ ਵਿਉਂਤ ਵਰਗਾ ਹੀ ਸੀ। ਦੋਸ਼ੀਆਂ ਦੀ ਪਛਾਣ ਤਾਂ ਕੀਤੀ ਗਈ ਪਰ ਉਹਨਾਂ ਦੇ ਅਪਰਾਧਾਂ ਦੀ ਪਰਦਾਪੋਸ਼ੀ ਕੀਤੀ ਗਈ। ਸੁਪਰੀਮ ਕੋਰਟ ਦਾ ਜਸਟਿਸ ਗੰਗਾ ਨਾਥ ਮਿਸ਼ਰਾ, ਜਿਸ ਨੂੰ ਇੱਕ ਮੈਂਬਰੀ ਕਮਿਸ਼ਨਰ ਵਜੋਂ ਇਸ ਬਾਰੇ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਚੰਗੀ ਤਰ੍ਹਾਂ ਜਾਣਦਾ ਸੀ ਕਿ ਰਾਜ ਕਰ ਰਹੀ ਪਾਰਟੀ ਦੇ ਕਈ ਉੱਘੇ ਮੈਂਬਰ, ਜਿਨ੍ਹਾਂ ਵਿੱਚ ਮੰਤਰੀ ਬਣੇ ਹੋਏ ਲੋਕ ਵੀ ਹਨ, ਦੇ ਨਾਮ ਦੰਗਾ ਭੜਕਾਉਣ ਵਾਲਿਆਂ ਵਜੋਂ ਲਏ ਗਏ ਹਨ ਤੇ ਪ੍ਰਧਾਨ ਮੰਤਰੀ ਨੇ ਖੁਦ ਹੀ ਉਹਨਾਂ ਦੀ ਪੜਤਾਲ ਕਰਾਉਣ ਵਿੱਚ ਸਪਸ਼ਟ ਹਿਚਕਚਾਹਟ ਤੇ ਝਿਝਕ ਵਿਖਾਈ ਸੀ। ਜ਼ੁਲਮ ਦਾ ਸ਼ਿਕਾਰ ਲੋਕਾਂ ਦਾ ਪੱਖ ਰਿਟਾਇਰਡ ਹੋਏ ਸੁਪਰੀਮ ਕੋਰਟ ਦੇ ਚੀਫ ਜਸਟਿਸ SM ਸੀਕਰੀ ਦੀ ਅਗਵਾਈ ਵਿੱਚ ਬਣੀ ਨਾਗਰਿਕ ਇਨਸਾਫ ਕਮੇਟੀ ਨੇ ਪੇਸ਼ ਕੀਤਾ। ਜਸਟਿਸ VM ਤਾਰਕੁੰਡੇ ਨੇ ਬਿਊਰਾ ਤਿਆਰ ਕੀਤਾ ਤੇ ਭਾਰਤ ਦੇ ਸਭ ਤੋਂ ਉੱਘੇ ਵਕੀਲ ਸੋਲੀ ਸੋਰਾਬਜੀ ਨੇ ਕਮਿਸ਼ਨ ਕੋਲ ਇਹ ਮੁਕੱਦਮਾ ਪੇਸ਼ ਕੀਤਾ। ਨਾਗਰਿਕ ਇਨਸਾਫ ਕਮੇਟੀ ਨੇ 6000 ਤੋਂ ਜ਼ਿਆਦਾ ਹਲਫੀਆ ਬਿਆਨ ਪੇਸ਼ ਕੀਤੇ ਤੇ ਸਿੱਖ ਵਿਰੋਧੀ ਹਿੰਸਾ ਨੂੰ ਭੜਕਾਉਣ ਵਾਲੇ ਸਿਆਸਤਦਾਨਾਂ ਤੇ ਪੁਲਸੀਆਂ ਵਿਰੁੱਧ 100 ਤੋਂ ਵਧੇਕ ਗਵਾਹ ਵੀ ਭੁਗਤਾਏ। ਕਮਿਸ਼ਨ ਨੂੰ ਇਹ ਅਧਿਕਾਰ ਵੀ ਦਿੱਤਾ ਗਿਆ ਸੀ ਕਿ ਉਹ ਆਪਣੀ ਸਹਾਇਤਾ ਲਈ ਇੱਕ ਆਜ਼ਾਦ ਪੜਤਾਲੀਆ ਏਜੰਸੀ ਨਿਯੁਕਤ ਕਰ ਸਕਦਾ ਸੀ। ਇਸਨੇ ਏਜੰਸੀ ਦੇ ਮੁਖੀ ਵਜੋਂ ਇੱਕ ਅਧੀਨ ਪੁਲਿਸ ਕਪਤਾਨ ਦੀ ਚੋਣ ਕੀਤੀ। ਜਦੋਂ ਨਾਗਰਿਕ ਇਨਸਾਫ ਕਮੇਟੀ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਹਲਫੀਆ ਬਿਆਨਾਂ ਉੱਪਰ ਜਿਰ੍ਹਾਈ ਕੀਤੀ ਗਈ ਤਾਂ ਇਸਨੂੰ ਉਹਨਾਂ ਲੋਕਾਂ ਦੇ ਹਲਫੀਆ ਬਿਆਨਾਂ ਦੀ ਨਕਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਨ੍ਹਾਂ ਤੇ ਦੋਸ਼ ਲਗਾਏ ਗਏ ਸਨ ਤੇ ਉਹਨਾਂ ਦੀ ਪਛਾਣ ਵੀ ਗੁਪਤ ਰੱਖੀ ਗਈ ਸੀ, ਜਿਨ੍ਹਾਂ ਨੇ ਉਹ ਹਲਫੀਆ ਬਿਆਨ ਦਿੱਤੇ ਸਨ। ਕਟਹਿਰੇ ਵਿੱਚ ਦਿੱਲੀ ਪ੍ਰਸ਼ਾਸਨ ਦਾ ਇੱਕ ਵੀ ਅਧਿਕਾਰੀ ਖੜ੍ਹਾ ਨਾ ਕੀਤਾ ਗਿਆ। ਮਹੱਤਵਪੂਰਨ ਪੁਲਿਸ ਰੋਜ਼ਾਨਾ ਮੰਚਿਆਂ ਲਈ ਨਾਗਰਿਕ ਇਨਸਾਫ ਕਮੇਟੀ ਦੀ ਬੇਨਤੀ ਲਈ ਅਪ੍ਰਵਾਨ ਕਰ ਦਿੱਤੀ ਗਈ। ਉਹ ਅਫਸਰ ਜਿਨ੍ਹਾਂ ਉੱਪਰ ਧਮਕਾਉਣ ਤੇ ਪਰੇਸ਼ਾਨ ਕਰਨ ਦੇ ਦੋਸ਼ ਗਵਾਹਾਂ ਵਜੋਂ ਲਾਏ ਗਏ ਸਨ, ਉਹਨਾਂ ਨੂੰ ਹੀ ਦੋਸ਼ਾਂ ਦੀ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ। ਹਾਰ ਕੇ ਨਾਗਰਿਕ ਇਨਸਾਫ ਕਮੇਟੀ ਨੇ ਕਮਿਸ਼ਨ ਨਾਲੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਇਸ ਨੇ ਅਜਿਹਾ ਕਰਨ ਦੇ ਕਾਰਨ ਦੱਸਦਿਆਂ ਹੋਇਆਂ ਬੜੇ ਵਿਸਥਾਰ ਨਾਲ ਯਾਦ ਪੱਤਰ ਪੇਸ਼ ਕੀਤਾ। ਜਸਟਿਸ ਤਾਰਕੁੰਡੇ ਨੇ ਕਿਹਾ, ਅਸੀਂ ਅਨੁਭਵ ਕਰਦੇ ਹਾਂ ਕਿ ਸਾਡਾ ਹਿੱਸਾ ਲੈਣ ਦਾ ਕੋਈ ਲਾਭ ਨਹੀਂ ਹੈ। ਇਹ ਇੱਕ ਪਾਸੜ ਪੜਤਾਲ ਹੈ। ਜਿਵੇਂ ਸਾਡੇ ਨਾਲ ਇਕਰਾਰ ਕੀਤਾ ਗਿਆ ਸੀ, ਸਾਨੂੰ ਉਸ ਤਰ੍ਹਾਂ ਹਿੱਸਾ ਲੈਣ ਨਹੀਂ ਦਿੱਤਾ ਗਿਆ। ਮਿਸ਼ਰਾ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਨਤਾ ਲਈ ਪ੍ਰਕਾਸ਼ਿਤ ਨਾ ਕੀਤੀ ਗਈ। ਸਿਰਫ ਮਾਰੇ ਗਏ ਲੋਕਾਂ ਦੀ ਗਿਣਤੀ ਤੇ ਪੁਲਿਸ ਵਿਰੁੱਧ ਟੀਕਾ ਟਿੱਪਣੀ ਹੀ ਪ੍ਰਕਾਸ਼ਿਤ ਕੀਤੀ ਗਈ। ਇਸ ਦਾ ਭਾਵ ਇਹ ਹੋਇਆ ਕਿ ਦੋਸ਼ੀ ਕੌਣ ਹੈ, ਵਿੱਚ ਜਿਨ੍ਹਾਂ ਹਾਕਮਾ ਪਾਰਟੀ ਦੇ ਮੈਂਬਰਾਂ ਤੇ ਸਿਆਸਤਦਾਨਾਂ ਦੇ ਨਾਮ ਲਏ ਗਏ ਸਨ, ਉਹਨਾਂ ਨੂੰ ਮਿਸ਼ਰਾ ਕਮਿਸ਼ਨ ਨੇ ਬਰੀ ਕਰ ਦਿੱਤਾ ਤੇ ਬੇਕਸੂਰ ਪਾਇਆ। ਇਸ ਨੇ ਹੋਰ ਏਜੰਸੀਆਂ ਕਾਇਮ ਕਰਨ ਦੀ ਸਿਫਾਰਿਸ਼ ਕੀਤੀ ਜੋ ਉਹਨਾਂ ਲੋਕਾਂ ਦੀ ਪਛਾਣ ਕਰਕੇ ਮੁਕੱਦਮੇ ਚਲਾਏ, ਜਿਨ੍ਹਾਂ ਦੇ ਨਾਮ ਲਏ ਗਏ ਸਨ। ਹਜ਼ਾਰਾਂ ਸਿੱਖਾਂ ਦੇ ਮਾਰੇ ਜਾਣ ਦੇ 4 ਸਾਲ ਪਿੱਛੋਂ ਵੀ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਗਈ। ਕਾਂਡ 23 ਚੋਣਾਂ ਅਤੇ ਸਮਝੌਤਾ। 1984 ਦੀਆਂ ਚੋਣਾਂ ਕਾਂਗਰਸ ਪਾਰਟੀ ਨੇ ਮੁਲਕ ਦੀ ਏਕਤਾ ਦੇ ਸਵਾਲ ਤੇ ਲੜੀਆਂ ਸਨ। ਬਹੁਤ ਵੱਡੀ ਪ੍ਰਚਾਰ ਮੁਹਿੰਮ ਮਤਦਾਤਾਵਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਸ਼ੁਰੂ ਕੀਤੀ ਗਈ ਕਿ ਜਿਨ੍ਹਾਂ ਨੇ ਸ਼੍ਰੀਮਤੀ ਗਾਂਧੀ ਨੂੰ ਮਾਰਿਆ ਹੈ, ਉਹ ਭਾਰਤ ਦੀ ਏਕਤਾ ਤਬਾਹ ਕਰਨੀ ਚਾਹੁੰਦੇ ਸਨ ਤੇ ਸ਼੍ਰੀਮਤੀ ਗਾਂਧੀ ਨੇ ਆਪਣੀ ਜਾਨ ਮੁਲਕ ਦੀ ਏਕਤਾ ਨੂੰ ਕਾਇਮ ਰੱਖਣ ਲਈ ਨਿਛਾਵਰ ਕਰ ਦਿੱਤੀ ਸੀ। ਉਹਦੇ ਸਰੀਰ ਨੂੰ ਕੇਸਰੀ ਸਾੜੀ ਵਿੱਚ ਲਪੇਟਿਆ ਹੋਇਆ ਚਿਤਾ ਉੱਪਰ ਵਿਖਾਉਂਦਿਆਂ ਵੱਡੇ ਵੱਡੇ ਪੋਸਟਰ ਸਾਰੇ ਮੁਲਕ ਵਿੱਚ ਲਗਾਏ ਗਏ ਸਨ ਤੇ ਕੁਝ ਸਿੱਖ ਵਰਦੀਧਾਰੀ ਉਸ ਨੂੰ ਗੋਲੀ ਮਾਰਦੇ ਵਿਖਾਏ ਗਏ ਸਨ।
ਕੁਝ ਹੋਰ ਪੋਸਟਰਾਂ 'ਤੇ ਕੰਡਿਆਲੀ ਤਾਰ ਦੇ ਵਲੇਟੇ ਹੋਏ ਗੁੱਛਿਆਂ ਕੋਲ ਨਾਅਰਾ ਲਿਖਿਆ ਸੀ ਕਿ ਦੇਸ਼ ਦੀ ਹੱਦ ਆਖਰ ਤੁਹਾਡੀਆਂ ਦਹਿਲੀਜ਼ਾਂ ਤੱਕ ਆ ਜਾਵੇਗੀ। ਇਸ ਦੇ ਹੇਠਾਂ ਇੱਕ ਹੋਰ ਨਾਅਰਾ ਸੀ, ਤੁਹਾਡੀ ਵੋਟ ਨਾਲ ਭਾਰਤ ਏਕਤਾ ਜਾਂ ਵੱਖਵਾਦ ਤੋਂ ਦੂਰ ਕੀਤਾ ਜਾ ਸਕਦਾ ਹੈ। ਇੱਕ ਹੋਰ ਘੱਟ ਚਲਾਕੀ ਭਰਪੂਰ ਨਾਅਰਾ ਸੁਆਲੀਆ ਅੰਦਾਜ਼ ਵਿੱਚ ਲਿਖਿਆ ਗਿਆ ਸੀ, ਤੁਸੀਂ ਦੂਸਰੇ ਰਾਜ ਦੇ ਟੈਕਸੀ ਚਾਲਕ ਵੱਲੋਂ ਚਲਾਈ ਜਾ ਰਹੀ ਟੈਕਸੀ ਵਿੱਚ ਬੈਠ ਕੇ ਕਿਉਂ ਬੇਆਰਾਮ ਅਨੁਭਵ ਕਰਦੇ ਹੋ। ਜੇ ਇਹ ਨਾਅਰੇ ਪੂਰੀ ਤਰ੍ਹਾਂ ਉਹਨਾਂ ਦਾ ਸੰਦੇਸ਼ ਦੇਣ ਵਿੱਚ ਸਪਸ਼ਟ ਨਹੀਂ ਸਨ ਤਾਂ ਰਾਜੀਵ ਗਾਂਧੀ ਦੇ ਹਲਕਿਆਂ ਵਿੱਚ ਸੰਜੇ ਗਾਂਧੀ ਦੀ ਵਿਧਵਾ ਤੇ ਰਾਜੀਵ ਗਾਂਧੀ ਦੀ ਭਰਜਾਈ ਵਿਰੁੱਧ ਲਾਏ ਨਾਅਰੇ ਤਾਂ ਦੋ ਟੁਕ ਤੇ ਸਿੱਧੇ ਸਨ, ਬੇਟੀ ਹੈ ਸਰਦਾਰ ਕੀ, ਕੌਮ ਹੈ ਗਦਾਰ ਕੀ। ਕਾਂਗਰਸ ਪਾਰਟੀ ਲਈ ਵੋਟਾਂ ਪ੍ਰਾਪਤ ਨਾਲ ਝੋਲੀ ਭਰ ਕੇ ਦੇਣ ਸ਼ਹੀਦ ਮਾਂ ਸੀ। ਮੁਸਕਰਾ ਰਹੀ ਲੱਖਾਂ ਹੀ ਬਿੰਦੀਆਂ ਮੁਫ਼ਤ ਵੰਡਦੀ ਤੇ ਆਪਣੇ ਪੁੱਤਰ ਨੂੰ ਅਸ਼ੀਰਵਾਦ ਦਿੰਦੀ ਇੰਦਰਾ ਗਾਂਧੀ ਦਿਖਾਈ ਗਈ। ਚੋਣ ਮੁਹਿੰਮ ਵਿੱਚ ਉਹਦੇ ਭਾਸ਼ਣਾਂ ਦੀਆਂ ਕੈਸਟਾਂ ਇਸ ਵਿਸ਼ੇ 'ਤੇ ਲਾਈਆਂ ਗਈਆਂ ਕਿ ਜੇ ਮੈਂ ਅੱਜ ਮਰ ਜਾਵਾਂ, ਮੇਰੇ ਖੂਨ ਦੀ ਹਰ ਬੂੰਦ ਕੌਮ ਨੂੰ ਸ਼ਕਤੀ ਦੇਵੇਗੀ। ਫਿਰ ਰਾਜੀਵ ਗਾਂਧੀ ਦਾ ਇੱਕ ਸੁੰਦਰ ਨੌਜਵਾਨ ਬੇਦਾਗ ਤੇ ਅਗਾਂਹਵਧੂ ਰਾਜਕੁਮਾਰ ਦਾ ਚਿੱਤਰ ਵਿਖਾਏ ਗਏ ਜੋ ਮੁਲਕ ਵਿੱਚੋਂ ਰਾਜਨੀਤੀ ਦੇ ਗੰਦ ਨੂੰ ਹੂੰਝ ਦੇਵੇਗਾ। ਉਸ ਨੂੰ ਮਿਸਟਰ ਕਲੀਨ ਕਿਹਾ ਗਿਆ ਜੋ ਜਵਾਨ ਤੇ ਸਮਰਪਿਤ ਵਿਅਕਤੀਆਂ ਨੂੰ ਨਾਲ ਲੈ ਕੇ ਮੁਲਕ ਨੂੰ ਸਾਮੰਤ ਯੁੱਗ ਦੇ ਪਛੜੇਪਣ 'ਚੋਂ 21ਵੀਂ ਸਦੀ ਦੇ ਕੰਪਿਊਟਰ ਯੁੱਗ ਵਿੱਚ ਲੈ ਜਾਵੇਗਾ। ਕੋਈ ਵੀ ਪਹਿਲੀ ਚੋਣ ਕਾਂਗਰਸ ਪਾਰਟੀ ਨੇ ਪੇਸ਼ਵਾਰਾਨਾ ਕੌਸ਼ਲਤਾ ਤੇ ਮੰਡੀਕਰਨ ਦੇ ਨਵੀਨ ਉਪਾਅ ਤੇ ਢੰਗ ਵਰਤ ਕੇ ਨਹੀਂ ਲੜੀ ਸੀ ਤੇ ਨਾ ਹੀ ਇਸ ਚੋਣ ਜਿੰਨਾ ਰੁਪਇਆ ਪਹਿਲਾਂ ਖਰਚਿਆ ਗਿਆ ਸੀ। ਇਸ ਨੇ ਬੜੇ ਵਧੀਆ ਲਾਭ ਵੀ ਦਿੱਤੇ ਤੇ ਜਿਸ ਨਾਲ ਇੱਕ ਅਜਿਹੀ ਹਵਾ ਚੱਲੀ ਕਿ ਉੱਤਰ ਭਾਰਤ ਦੇ ਚੋਣ ਮੁਹਾਜ਼ ਤੋਂ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ। ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਮੁਲਕ ਭਰ ਵਿੱਚ ਅੱਧੀਆਂ ਵੋਟਾਂ ਪ੍ਰਾਪਤ ਕਰਕੇ ਲੋਕ ਸਭਾ ਦੀਆਂ 540 ਚੋਂ 410 ਭਾਵ 80% ਸੀਟਾਂ ਪ੍ਰਾਪਤ ਕਰ ਲਈਆਂ। ਇਹ ਪ੍ਰਧਾਨ ਮੰਤਰੀ ਨਹਿਰੂ ਜਾਂ ਇੰਦਰਾ ਗਾਂਧੀ ਦੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਸਨ। ਰਾਜੀਵ ਗਾਂਧੀ ਉਮੀਦ ਤੋਂ ਵੀ ਵਧੇਕ ਜਿੱਤ ਪ੍ਰਾਪਤ ਕਰ ਗਿਆ, ਪਰੰਤੂ ਇਹ ਗੱਲ ਵਰਣਨਯੋਗ ਹੈ ਕਿ ਕਾਂਗਰਸ ਦੀ ਯਕੀਨੀ ਜਿੱਤ ਵਧੇਰੇ ਕਰਕੇ ਉਹਨਾਂ ਰਾਜਾਂ ਵਿੱਚ ਹੀ ਹੋਈ ਸੀ ਜਿੱਥੇ ਸਿੱਖ ਵਿਰੋਧੀ ਜਜ਼ਬਾਤ ਜ਼ਿਆਦਾ ਭਾਰੂ ਸਨ। ਪਰੰਤੂ ਪੱਛਮੀ ਬੰਗਾਲ, ਅਸਾਮ ਤੇ ਦੱਖਣੀ ਰਾਜਾਂ ਜਿਵੇਂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕਾ, ਜਿੱਥੋਂ ਦੇ ਮਤਦਾਤਾ ਕਥਿਤ ਸਿੱਖ ਬੇਵਫਾਈ ਤੋਂ ਅਣਜਾਣ ਸਨ, ਉੱਥੇ ਵਿਰੋਧੀ ਦਲਾਂ ਦੀ ਸਥਿਤੀ ਠੀਕ ਸੀ। 5 ਜਨਵਰੀ 1985 ਨੂੰ ਆਪਣੀ ਚੋਣ ਵਿੱਚ ਜਿੱਤ ਪਿੱਛੋਂ ਆਪਣੇ ਪਹਿਲੇ ਰਾਸ਼ਟਰੀ ਪ੍ਰਸਾਰਣ ਵਿੱਚ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਉਹ ਪੰਜਾਬ ਸਮਝੌਤੇ ਨੂੰ ਪਹਿਲ ਦੇਵੇਗਾ। ਇੱਕ ਦਿਨ ਪਹਿਲਾਂ ਉਸ ਨੇ S.B. ਚੌਹਾਨ, P.V. ਨਰਸਿਮਹਾ ਰਾਓ ਤੇ K.C. ਪੰਤ ਉੱਪਰ ਆਧਾਰਿਤ ਇੱਕ ਉਪ ਕਮੇਟੀ ਉਸ ਮਸਲੇ ਨੂੰ ਸੁਲਝਾਉਣ ਲਈ ਸਲਾਹ ਦੇਣ ਲਈ ਗਠਿਤ ਕੀਤੀ ਸੀ। ਕਿਉਂਕਿ 10 ਰਾਜਾਂ ਵਿੱਚ ਮਾਰਚ ਦੇ ਪਹਿਲੇ ਹਫ਼ਤੇ ਚੋਣਾਂ ਹੋਣ ਵਾਲੀਆਂ ਸਨ, ਇਸ ਕਾਰਨ ਉਪ ਕਮੇਟੀ ਚੋਣ ਖਤਮ ਹੋਣ ਤੱਕ ਪੰਜਾਬ ਸਮੱਸਿਆਵਾਂ ਵੱਲ ਬਹੁਤਾ ਧਿਆਨ ਨਾ ਦੇ ਸਕੀ। 7 ਮਾਰਚ 1985 ਨੂੰ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਨੂੰ ਆਖਰੀ ਚੇਤਾਵਨੀ ਦੇ ਦਿੱਤੀ ਕਿ ਜੇ ਉਸ ਨੇ ਨਵੰਬਰ 1984 ਨੂੰ ਹੋਏ ਸਿੱਖ ਕਤਲੇਆਮ ਦੀ ਅਦਾਲਤੀ ਪੜਤਾਲ ਨਾ ਕਰਾਈ ਤੇ ਉਹਨਾਂ ਨੇ ਨੇਤਾਵਾਂ ਨੂੰ 13 ਅਪ੍ਰੈਲ ਪਹਿਲੀ ਵਿਸਾਖ ਤੱਕ ਰਿਹਾ ਨਾ ਕੀਤਾ ਤਾਂ ਉਹ ਇੱਕ ਹੋਰ ਨਸਲ ਘਾਤ ਮੋਰਚਾ ਲਾ ਦੇਣਗੇ। ਰਾਜੀਵ ਗਾਂਧੀ ਅਕਾਲੀਆਂ ਨਾਲ ਇੱਕ ਹੋਰ ਟੱਕਰ ਨਹੀਂ ਲੈਣਾ ਚਾਹੁੰਦਾ ਸੀ। 2 ਪ੍ਰਭਾਵਸ਼ਾਲੀ ਚੋਣ ਜਿੱਤਾਂ ਨਾਲ ਤੇ ਉਹਦੀ ਨਜ਼ਰ ਨੂੰ ਧੁੰਦਲਾਉਣ ਵਾਲੀ, ਕਿਸੇ ਹੋਰ ਰਾਜਸੀ ਪ੍ਰਭਾਵ ਪਾਉਣ ਵਾਲੀ, ਕਿਸੇ ਹੋਰ ਲਟਕਦੀ ਸਮੱਸਿਆ ਦੇ ਅਭਾਵ ਕਾਰਨ ਉਸ ਨੇ ਪੰਜਾਬ ਸਮੱਸਿਆ ਦੇ ਨਿਪਟਾਰੇ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਉਹਦੀ ਪਹੁੰਚ ਆਪਣੀ ਮਾਂ ਦੀ ਪਹੁੰਚ ਨਾਲੋਂ ਬਿਲਕੁਲ ਵੱਖਰੀ ਸੀ। ਉਹ ਸਦਾ ਹੀ ਚੋਣਾਂ ਵਿੱਚ ਆਪਣੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੀ ਸੀ। ਉਹ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦੀ ਕਾਹਲ ਵਿੱਚ ਨਹੀਂ ਹੁੰਦੀ ਸੀ ਤੇ ਆਮ ਕਰਕੇ ਅਜਿਹਾ ਸਮਝੌਤਾ ਕਰਨ ਦੇ ਵਿਰੁੱਧ ਹੁੰਦੀ ਸੀ ਜਿਸ ਨਾਲ ਉਹਦੇ ਰਾਜਸੀ ਵਿਰੋਧੀਆਂ ਦੀਆਂ ਲੋਕਾਂ ਦੀਆਂ ਨਜ਼ਰਾਂ ਵਿੱਚ ਭੱਲ ਬਣੇ।
ਜੂਨ 23, 1980 ਵਿੱਚ ਉਹਦੇ ਛੋਟੇ ਚਹੇਤੇ ਬੇਟੇ ਤੇ ਉੱਤਰਾਧਿਕਾਰੀ ਵਜੋਂ ਜੂਨ 23, 1980 ਵਿੱਚ ਉਹਦੇ ਛੋਟੇ ਚਹੇਤੇ ਬੇਟੇ ਤੇ ਉੱਤਰਾਧਿਕਾਰੀ ਵਜੋਂ ਚੁਣੇ ਹੋਏ ਸੰਜੇ ਗਾਂਧੀ ਦੇ ਹਵਾਈ ਹਾਦਸੇ ਵਿੱਚ ਮਾਰੇ ਜਾਣ ਪਿੱਛੋਂ ਉਹ ਡਾਵਾਂਡੋਲ ਤੇ ਅਸਥਿਰ ਸੁਭਾਅ ਵਾਲੀ ਬਣ ਗਈ ਸੀ ਤੇ ਅਕਾਲੀਆਂ ਨਾਲ ਸਮਝੌਤਾ ਕਰਨ ਨੂੰ ਟਾਲਣ ਲਈ ਕੋਈ ਨਾ ਕੋਈ ਬਹਾਨਾ ਭਾਲ ਲੈਂਦੀ ਸੀ। ਨਤੀਜਾ ਇਹ ਹੋਇਆ ਕਿ ਉਹਦੀ ਸਰਕਾਰ ਨਾਲ ਸਮਝੌਤਾ ਕਰਨ ਵਾਲੇ ਨਰਮ ਖਿਆਲੀਆਂ ਦੀ ਥਾਂ ਭਿੰਡਰਾਂਵਾਲੇ ਦੀ ਅਗਵਾਈ ਵਾਲੇ ਕੱਟੜ ਤੇ ਉਗਰਵਾਦੀ ਭਾਰੂ ਹੋ ਗਏ ਤੇ ਜ਼ੋਰ ਫੜ ਗਏ। ਰਾਜੀਵ ਗਾਂਧੀ ਨੇ ਨੀਤੀ ਉਲਟਾ ਦਿੱਤੀ ਤੇ ਨਰਮ ਖਿਆਲ ਦੇ ਅਕਾਲੀ ਨੇਤਾਵਾਂ ਨੂੰ ਇਸ ਆਸ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਕਿ ਉਹ ਖਾਲਿਸਤਾਨੀਆਂ ਨਾਲ ਟੱਕਰ ਲੈ ਸਕਣਗੇ। ਜੋ ਨੀਤੀ ਅਪਣਾਈ ਗਈ ਉਸ ਅਨੁਸਾਰ ਅਕਾਲੀਆਂ ਨੂੰ ਸਦਭਾਵਨਾ ਦਾ ਇਸ਼ਾਰਾ ਦੇ ਕੇ ਅਗਲਾ ਕਦਮ ਉਠਾਉਣ ਤੋਂ ਪਹਿਲਾਂ ਉਹਨਾਂ ਦੀ ਤੇ ਉਹਨਾਂ ਦੀ ਸਮੁੱਚੀ ਕੌਮ ਦੀ ਪ੍ਰਤੀਕਿਰਿਆ ਵੇਖਣਾ ਸੀ। 12 ਮਾਰਚ 1985 ਨੂੰ 8 ਚੋਟੀ ਦੇ ਅਕਾਲੀ ਨੇਤਾ ਲੌਂਗੋਵਾਲ ਤੇ ਬਰਨਾਲਾ ਵਰਗੇ ਨਰਮ ਖਿਆਲੀਏ ਤੇ ਅੱਤਵਾਦੀ ਧੜੇ ਦੇ ਤਲਵੰਡੀ ਰਿਹਾਅ ਕਰ ਦਿੱਤੇ ਗਏ। ਟੌਹੜਾ ਤੇ ਬਾਦਲ ਜੇਲ੍ਹ ਵਿੱਚ ਹੀ ਰੱਖੇ ਗਏ। 2 ਦਿਨ ਮਗਰੋਂ ਅਰਜਨ ਸਿੰਘ, ਜਿਸ ਨੇ ਇੱਕ ਦਿਨ ਪਹਿਲੋਂ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ, ਉਸ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ ਸੀ। ਉਸ ਮਗਰੋਂ ਤਾਂ ਇਹ ਅਰਜਨ ਸਿੰਘ ਹੀ ਸੀ ਜੋ ਹੋਰ ਕਿਸੇ ਨਾਲੋਂ ਹਰ ਕਦਮ ਤੇ ਕੇਂਦਰੀ ਸਰਕਾਰ ਨੂੰ ਸਮੱਸਿਆ ਹੱਲ ਕਰਨ ਲਈ ਪਹੁੰਚ ਅਪਣਾਉਣ ਲਈ ਸਲਾਹ ਦਿੰਦਾ ਰਿਹਾ। ਉਸ ਸਮੇਂ ਤੱਕ ਉਪ ਕਮੇਟੀ ਨੇ ਰਾਜ ਦਾ ਦੌਰਾ ਕਰ ਲਿਆ ਤੇ ਲੋਕਾਂ ਦੇ ਰੌਂ ਨੂੰ ਭਾਂਪ ਲਿਆ ਸੀ। ਪਹਿਲਾਂ ਤੇ ਪੰਜਾਬ ਵਿੱਚ ਪ੍ਰੈਸ ਤੇ ਲਾਗੂ ਸੈਂਸਰ ਨਰਮ ਕਰ ਦਿੱਤਾ ਗਿਆ ਤੇ ਫਿਰ ਕੁਝ ਜ਼ਿਲ੍ਹਿਆਂ ਵਿੱਚੋਂ ਫੌਜ ਹਟਾ ਲਈ ਗਈ। 11 ਅਪ੍ਰੈਲ 1985 ਨੂੰ ਸਰਕਾਰ ਨੇ 1984 ਨਵੰਬਰ ਦੇ ਕਤਲਾਮ ਦੀ ਅਦਾਲਤੀ ਪੜਤਾਲ ਕਰਾਉਣ ਲਈ ਰਜ਼ਾਮੰਦੀ ਦਾ ਐਲਾਨ ਕਰ ਦਿੱਤਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਪਾਬੰਦੀ ਹਟਾ ਲਈ ਗਈ ਤੇ ਨਜ਼ਰਬੰਦਾਂ ਦੇ ਕੇਸਾਂ ਤੇ ਪੁਨਰ ਵਿਚਾਰ ਕਰਨ ਲਈ ਸਹਿਮਤੀ ਹੋ ਗਈ। ਵਿਸਾਖ ਦੇ ਪਹਿਲੇ ਦਿਨ 53 ਨਜ਼ਰਬੰਦਾਂ ਦੀ ਪਹਿਲੀ ਟੋਲੀ ਰਿਹਾਅ ਕਰ ਦਿੱਤੀ ਗਈ ਤੇ ਰਾਜੀਵ ਗਾਂਧੀ ਨੇ ਪੰਜਾਬ ਸਮੱਸਿਆ ਹੱਲ ਕਰਨ ਦੀ ਆਪਣੀ ਦ੍ਰਿੜਤਾ ਦੁਹਰਾਈ। 23 ਮਾਰਚ 1985 ਨੂੰ ਪੰਜਾਬ ਦੀ ਆਪਣੀ ਪਹਿਲੀ ਯਾਤਰਾ ਸਮੇਂ ਉਸਨੇ ਹੁਸੈਨੀਵਾਲਾ ਦੇ ਅਸਥਾਨ ਨੇ ਕੁਝ ਆਰਥਿਕ ਉਪਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਕਪੂਰਥਲਾ ਵਿੱਚ ਰੇਲ ਡੱਬੇ ਬਣਾਉਣ ਦਾ ਕਾਰਖਾਨਾ ਸਥਾਪਿਤ ਕਰਨਾ ਸ਼ਾਮਿਲ ਸੀ ਤੇ ਜਿਸ ਨੇ 2000 ਕੁਸ਼ਲ ਤੇ ਸਿੱਖਿਅਤ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਨਾ ਸੀ। ਕੁਝ ਸਮੇਂ ਤੱਕ ਸਰਕਾਰ ਵੇਖਦੀ ਰਹੀ ਕਿ ਅਕਾਲੀਆਂ ਪ੍ਰਤੀ ਸਿੱਖ ਜਨਤਾ ਦੀ ਕੀ ਪ੍ਰਤੀਕਿਰਿਆ ਸੀ। ਆਮ ਭਾਵਨਾ ਇਹੋ ਸੀ ਕਿ ਉਹਨਾਂ ਨੇ ਫੌਜ ਅੱਗੇ ਆਤਮ ਸਮਰਪਣ ਕਰਕੇ ਸਿੱਖ ਰਿਆਇਤ ਨੂੰ ਦਾਗ ਲਾਇਆ ਸੀ। ਸੰਤ ਲੌਂਗੋਵਾਲ ਅਕਾਲੀ ਦਲ ਦਾ ਪ੍ਰਧਾਨ ਤੇ ਧਰਮ ਯੁੱਧ ਮੋਰਚੇ ਦਾ ਡਿਕਟੇਟਰ ਰਿਹਾ ਸੀ ਤੇ ਜੋ ਕੁਝ ਵਾਪਰਿਆ ਸੀ ਉਸ ਬਾਰੇ ਸਪਸ਼ਟੀਕਰਨ ਦੇਣ ਦਾ ਕੰਮ ਹੁਣ ਉਹਦੇ ਜ਼ਿੰਮੇ ਸੀ। ਉਸ ਨੇ ਦਿੱਲੀ ਤੇ ਸਮੁੱਚੇ ਪੰਜਾਬ ਵਿੱਚ ਸਭਾਵਾਂ ਨੂੰ ਸੰਬੋਧਿਤ ਕੀਤਾ। ਉਸ ਨੇ ਚਿਕਣੀਆਂ ਚੋਪੜੀਆਂ ਗੱਲਾਂ ਨਾ ਕੀਤੀਆਂ। ਉਸ ਨੇ ਕੇਂਦਰੀ ਸਰਕਾਰ ਤੇ ਫੌਜ ਦੀ ਨਿੰਦਿਆ ਵੀ ਕੀਤੀ ਤੇ ਸ਼੍ਰੀਮਤੀ ਗਾਂਧੀ ਨੂੰ ਵਡਿਆਇਆ ਵੀ। ਉਸ ਦੇ ਭਾਵ ਨਾਲ ਹੀ ਉਸ ਨੇ ਆਤੰਕਵਾਦ ਦੀ ਆਲੋਚਨਾ ਵੀ ਕੀਤੀ, ਵੱਖਵਾਦ ਨੂੰ ਨਿੰਦਿਆ, ਸਿੱਖਾਂ ਤੇ ਹਿੰਦੂਆਂ ਦੀ ਇਕਸੁਰਤਾ ਦੀ ਵਕਾਲਤ ਕੀਤੀ। 4 ਸਾਲ ਤੋਂ ਡਰ ਤੇ ਗੜਬੜ ਵਿੱਚ ਰਹਿ ਰਹੇ ਪੰਜਾਬੀਆਂ ਨੇ ਉਹਦੇ ਵਿਚਾਰਾਂ ਦਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ। ਆਤੰਕਵਾਦੀਆਂ ਨੇ ਵੇਖਿਆ ਕਿ ਉਹ ਤਾਂ ਮੁੱਖ ਧਾਰਾ ਚੋਂ ਛੇਕੇ ਗਏ ਹਨ। 25 ਮਾਰਚ 1985 ਨੂੰ ਤਲਵੰਡੀ ਦਾ ਤੇਜ਼ ਘਟਣ ਨਾਲ ਉਸ ਦੇ ਅੱਧੇ ਸਮਰਥਕ ਉਹਦਾ ਸਾਥ ਛੱਡ ਕੇ ਲੌਂਗੋਵਾਲ ਦਲ ਵਿੱਚ ਸ਼ਾਮਿਲ ਹੋ ਗਏ। ਤਲਵੰਡੀ ਦੇ ਪਤਨ ਪਿੱਛੋਂ ਸਰਕਾਰ ਨੇ 19 ਅਪ੍ਰੈਲ ਨੂੰ ਟੌਹੜੇ ਨੂੰ ਤੇ ਕੁਝ ਦਿਨ ਮਗਰੋਂ ਬਾਦਲ ਨੂੰ ਰਿਹਾਅ ਕਰ ਦਿੱਤਾ। ਹੁਣ ਸਰਕਾਰ ਇਹ ਦੇਖ ਸਕਦੀ ਸੀ ਕਿ ਤਿੰਨਾਂ ਵਿੱਚੋਂ ਉਹ ਕਿਸ ਨਾਲ ਗੱਲਬਾਤ ਕਰੇ। ਟੌਹੜਾ, ਜੋ 13 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੱਲਿਆ ਆ ਰਿਹਾ ਸੀ, ਉਹ ਖਾਲਿਸਤਾਨੀਆਂ ਪ੍ਰਤੀ ਹਮਦਰਦੀ ਰੱਖਦਾ ਆਇਆ ਸੀ। ਉਸ ਦੀ ਪ੍ਰਤਿਸ਼ਠਾ ਬਹੁਤ ਘਟ ਗਈ ਸੀ। ਉਹ ਤਾਂ ਵੱਧ ਤੋਂ ਵੱਧ ਭੜਕਾਹਟ 'ਚ ਆਈ ਸੰਗਤ ਸਾਹਮਣੇ ਦਰਬਾਰ ਸਾਹਿਬ ਵਿੱਚ ਪਹੁੰਚਣ ਤੇ ਇਹੋ ਐਲਾਨ ਕਰ ਸਕਿਆ ਕਿ ਤਨਖਾਹੀਆਂ ਐਲਾਨੇ ਹੋਏ ਬਾਬਾ ਸੰਤਾ ਸਿੰਘ ਨਿਹੰਗ ਤੇ ਬੂਟਾ ਸਿੰਘ ਦੇ ਅਪਵਿੱਤਰ ਹੱਥਾਂ ਨਾਲ ਤੇ ਕੇਂਦਰੀ ਲੋਕ
ਨਿਰਮਾਣ ਵਿਭਾਗ ਰਾਹੀਂ ਬਣਾਇਆ ਗਿਆ ਅਕਾਲ ਤਖ਼ਤ ਕਾਰ ਸੇਵਾ ਰਾਹੀਂ ਦੁਬਾਰਾ ਬਣਾਇਆ ਜਾਵੇਗਾ। ਉਸ ਨੂੰ ਉਮੀਦ ਸੀ ਕਿ ਇਸ ਨਾਲ ਉਸ ਦਾ ਬਿੰਬ ਚਮਕੇਗਾ। ਉਸ ਦੇ ਇਸ ਸੁਝਾਅ ਵੱਲ ਕਿਸੇ ਨੇ ਖਾਸ ਧਿਆਨ ਨਾ ਦਿੱਤਾ ਤੇ ਮਹੀਨੇ ਮਗਰੋਂ ਆਲ ਇੰਡੀਆ ਸਿੱਖ ਸਟੂਡੈਂਟਸ ਨੇ ਟੌੜਾ ਤੋਂ ਭਵਨ ਨੂੰ ਢਾਹੁਣ ਤੇ ਪੁਨਰ ਨਿਰਮਾਣ ਦੀ ਪਹਿਲ ਖੋਹ ਲਈ। ਟੌੜਾ ਨੇ ਹਾਲ ਦੀ ਘੜੀ ਲੌਂਗੋਵਾਲ ਦੀ ਗੱਡੀ ਤੇ ਸਵਾਰ ਹੋਣ ਦਾ ਫੈਸਲਾ ਕਰ ਲਿਆ। ਬਾਦਲ, ਜੋ ਅਜੇ ਵੀ ਅਗਲੇ ਮਾਰਗ ਲਈ ਦੁਚਿੱਤੀ ਵਿੱਚ ਸੀ, ਉਸ ਨੇ ਲੌਂਗੋਵਾਲ ਦਾ ਸਮਰਥਨ ਕਰ ਦਿੱਤਾ। ਤਲਵੰਡੀ ਨੇ ਭਿੰਡਰਾਂਵਾਲੇ ਦੇ ਪਿਤਾ 80 ਸਾਲਾ ਬਾਬਾ ਜੋਗਿੰਦਰ ਸਿੰਘ ਨੂੰ ਅਕਾਲੀ ਦਲ ਦੀ ਵਾਂਗਡੋਰ ਸੰਭਾਲਣ ਲਈ ਤਿਆਰ ਕਰਕੇ ਅਕਾਲੀ ਦਲ ਤੇ ਕਾਬਜ਼ ਹੋਣ ਦੀ ਇੱਕ ਹੋਰ ਅਸਫਲ ਕੋਸ਼ਿਸ਼ ਕੀਤੀ। ਉਸ ਦੇ ਨਾਲ ਸ਼੍ਰੀਮਤੀ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੀ ਵਿਧਵਾ ਬਿਮਲਾ ਖਾਲਸਾ ਵੀ ਸੀ। ਪੰਥਕ ਏਕਤਾ ਦੇ ਨਾਮ ਤੇ ਬਾਬਾ ਜੋਗਿੰਦਰ ਸਿੰਘ ਨੇ ਅਕਾਲੀ ਦਲ ਦੇ ਪਦ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਸ ਨੂੰ ਆਪਣੇ ਤਿਆਗ ਪੱਤਰ ਸੌਂਪ ਦੇਣ। ਫਿਰ ਉਸ ਨੇ ਨਵੀਂ ਕਾਰਜਕਾਰਨੀ ਬਣਾਈ, ਜਿਸ ਵਿੱਚ ਉਸ ਨੇ ਨਰਮ ਖਿਆਲੀਆਂ ਨਾਲੋਂ ਵਧੇਰੇ ਮਹੱਤਵ ਖਾਲਿਸਤਾਨੀਆਂ ਨੂੰ ਦਿੱਤਾ। ਲੌਂਗੋਵਾਲ ਨੇ ਤੁਰੰਤ ਆਪਣਾ ਤਿਆਗ ਪੱਤਰ ਦੇ ਦਿੱਤਾ ਤੇ ਸਿਆਸਤ ਤੋਂ ਸੰਨਿਆਸ ਲੈ ਕੇ ਆਪਣੇ ਪਿੰਡ ਚਲਾ ਗਿਆ। ਉਹਦਾ ਇਹ ਜੂਆ ਸਫਲ ਹੋ ਗਿਆ, ਭਾਵ ਉਸ ਦਾ ਦਾਅ ਫੁਰ ਗਿਆ। ਸਾਬਕਾ ਕੇਂਦਰੀ ਪਾਰਲੀਮੈਂਟ ਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਸਮੇਤ ਸਾਰੇ ਪ੍ਰਤਿਸ਼ਠ ਤੇ ਉੱਚ ਆਗੂ ਉਹਦੇ ਪਿੰਡ ਉਹਦੇ ਟਿਕਾਣੇ ਤੇ ਆ ਗਏ ਤੇ ਉਸ ਨੂੰ ਵਾਂਗਡੋਰ ਸੰਭਾਲਣ ਲਈ ਆਖਿਆ। ਤਲਵੰਡੀ ਤੇ ਉਹਦੇ ਬਿਰਧ ਮੋਹਰੇ ਨੂੰ ਹਾਰ ਹੋ ਗਈ, ਭਾਵ ਉਹ ਮਾਤ ਖਾ ਗਏ। 14 ਮਈ 1985 ਨੂੰ ਉਹਨਾਂ ਨੇ ਮੁਕਾਬਲੇ ਤੇ ਸਾਂਝਾ ਅਕਾਲੀ ਦਲ ਬਣਾ ਲਿਆ ਤੇ ਉਹ ਖਾਲਿਸਤਾਨੀਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਅਨੇਕ ਖਾਲਿਸਤਾਨੀ ਗੁੱਟਾਂ ਦੀ ਸੁਰੱਖਿਆ ਸੰਸਥਾ ਬਣ ਗਈ। ਇਸ ਟੱਕਰ ਨੇ ਸਾਬਿਤ ਕਰ ਦਿੱਤਾ ਕਿ ਸਿੱਖ ਜਨ ਸਮੂਹ ਦਾ ਭਰੋਸਾ ਖਾਲਿਸਤਾਨੀਆਂ ਨਾਲੋਂ ਲੌਂਗੋਵਾਲ ਦੀ ਅਗਵਾਈ ਵਿਚਲੇ ਨਰਮ ਖਿਆਲੀਆਂ ਵਿੱਚ ਵਧੇਰੇ ਸੀ। ਰਾਜਪਾਲ ਅਰਜਨ ਸਿੰਘ, ਜਿਸ ਨੇ ਲੌਂਗੋਵਾਲ, ਟੌੜਾ ਤੇ ਬਾਦਲ ਨੂੰ ਟੋਇਆ ਸੀ, ਉਸ ਨੇ ਸਹੀ ਅੰਦਾਜ਼ਾ ਲਾਇਆ ਸੀ ਕਿ ਉਸ ਨੂੰ ਲੌਂਗੋਵਾਲ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸੰਤ ਲੌਂਗੋਵਾਲ, ਜਿਸ ਨੂੰ ਉਦੈਪੁਰ ਦੇ ਮਹਿਮਾਨ ਘਰ ਵਿੱਚ ਰੱਖਿਆ ਗਿਆ ਸੀ, ਉਸ ਨਾਲ ਸੰਪਰਕ ਕੀਤਾ ਗਿਆ। ਸੰਤ ਨੇ ਨਵੰਬਰ ਦੇ ਦੂਸਰੇ ਹਫ਼ਤੇ ਬੂਟਾ ਸਿੰਘ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ, ਕਿਉਂਕਿ ਉਸ ਨੂੰ ਤਨਖਾਹੀਆ ਐਲਾਨ ਕੀਤਾ ਜਾ ਚੁੱਕਿਆ ਸੀ। ਇਸ ਦੀ ਥਾਂ ਉਸ ਨੇ ਪੰਜਾਬ ਅਸੈਂਬਲੀ ਦੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਤੇ ਨਰਿੰਦਰ ਸਿੰਘ ਨਾਭਾ ਨਾਲ ਮੁਲਾਕਾਤ ਕੀਤੀ। ਉਸ ਨੂੰ ਆਰ.ਵੀ. ਸੁਬਰਮਨੀਅਮ ਵੀ ਮਿਲਿਆ, ਜੋ ਪੰਜਾਬ ਰਾਜਪਾਲ ਦਾ ਸਲਾਹਕਾਰ ਸੀ ਤੇ ਉਹ ਗ੍ਰਿਫਤਾਰੀ ਪਿੱਛੋਂ ਮਿਲਣ ਵਾਲਾ ਪਹਿਲਾ ਸਰਕਾਰੀ ਅਧਿਕਾਰੀ ਸੀ। ਤਿੰਨਾਂ ਨੇ ਜਾਣਕਾਰੀ ਦਿੱਤੀ ਕਿ ਸੰਤ ਸਰਕਾਰ ਨਾਲ ਗੱਲਬਾਤ ਕਰਨ ਦੇ ਵਿਰੁੱਧ ਨਹੀਂ। ਰਾਜਪਾਲ ਦੀ ਸਲਾਹ ਮੰਨਦਿਆਂ ਕੇਂਦਰੀ ਸਰਕਾਰ ਨੇ ਲੋਕਾਂ ਦਾ ਵਿਸ਼ਵਾਸ ਸੰਤ 'ਚ ਕਾਇਮ ਕਰਨ ਲਈ ਅਗਲੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। 27 ਜੂਨ ਨੂੰ ਇਹ ਐਲਾਨ ਕਰ ਦਿੱਤਾ ਗਿਆ ਕਿ ਨਵੰਬਰ 1984 ਦੀ ਸਿੱਖ ਵਿਰੋਧੀ ਹਿੰਸਾ ਦੀ ਪੜਤਾਲ ਸੁਪਰੀਮ ਕੋਰਟ ਦਾ ਜੱਜ ਆਰ.ਐਨ. ਮਿਸ਼ਰਾ ਕਰੇਗਾ। ਰਾਜਪਾਲ ਅਰਜਨ ਸਿੰਘ ਨੇ ਸਿੱਖ ਨਜ਼ਰਬੰਦਾਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ। ਅੱਧ ਜੁਲਾਈ ਤੱਕ 1700 ਬੰਦੀ ਛੱਡ ਦਿੱਤੇ ਗਏ। ਅਕਾਲੀਆਂ ਨਾਲ ਮੁੜ ਗੱਲਬਾਤ ਸ਼ੁਰੂ ਕਰਨੀ ਬੜੀ ਤਿਲਕਣਬਾਜ਼ੀ ਵਾਲਾ ਕੰਮ ਸੀ। ਤਜਰਬੇ ਨੇ ਸਾਬਤ ਕਰ ਦਿੱਤਾ ਸੀ ਕਿ ਸਰਕਾਰ ਨਾਲ ਗੱਲਬਾਤ ਕਰਨ ਵਾਲੇ ਨੂੰ ਛੇਤੀ ਹੀ ਸਰਕਾਰੀ ਏਜੰਟ ਕਹਿ ਕੇ ਤਿਰਸਕਾਰਿਆ ਜਾਂਦਾ ਸੀ। 2 ਜੁਲਾਈ 1985 ਨੂੰ ਰਾਜੀਵ ਗਾਂਧੀ ਨੇ ਸੰਤ ਲੌਂਗੋਵਾਲ ਨੂੰ ਗੁਪਤ ਪੱਤਰ ਭੇਜ ਕੇ ਗੱਲਬਾਤ ਸ਼ੁਰੂ ਕਰਨ ਦੀ ਉਪਯੋਗਤਾ ਦਾ ਪਤਾ ਕਰਨ ਲਈ ਪਹਿਲ ਕੀਤੀ। ਇਸ ਬਾਰੇ ਕੁਝ ਕੁ ਲੋਕਾਂ ਨੂੰ ਹੀ ਰਾਜਦਾਰ ਬਣਾਇਆ ਗਿਆ। ਆਪਣੇ ਵੱਲੋਂ ਸੰਤ ਲੌਂਗੋਵਾਲ ਨੇ ਸੀਨੀਅਰ ਅਕਾਲੀ ਨੇਤਾਵਾਂ ਨੂੰ ਵੀ ਟੋਇਆ। ਟੌੜਾ ਤੇ ਬਾਦਲ ਨੇ ਚੌਕਸੀ ਤੇ ਸਾਵਧਾਨੀ ਦੀ ਸਲਾਹ ਦਿੱਤੀ। ਬਰਨਾਲਾ ਤੇ ਬਲਵੰਤ ਸਿੰਘ ਨੇ ਗੱਲਬਾਤ ਚਲਾਉਣ ਦੀ ਸਲਾਹ ਦਿੱਤੀ। ਵਿਰੋਧੀ ਸਲਾਹਾਂ ਵਿੱਚ ਫਸੇ ਸੰਤ ਨੇ ਪਵਿੱਤਰ ਗ੍ਰੰਥ ਤੋਂ ਅਗਵਾਈ ਮੰਗੀ। ਅਰਦਾਸ ਕਰਨ ਉਪਰੰਤ ਉਸਨੇ ਵਾਕ ਲਿਆ। ਜੋ ਵਾਕ ਨਿਕਲਿਆ ਉਹ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸੀ, ਜਿਸ ਦਾ ਭਾਵ ਇਹ ਸੀ ਕਿ ਦੁਚਿੱਤੀ ਛੱਡ ਕੇ ਗੁਰੂ ਦੀ ਅਗਵਾਈ ਪ੍ਰਾਪਤ ਕਰੋ। ਸੰਤ ਪ੍ਰਧਾਨ ਮੰਤਰੀ ਨਾਲ 2 ਜੁਲਾਈ 1985 ਨੂੰ ਮੁਲਾਕਾਤ ਕਰਨ ਲਈ ਸਹਿਮਤ ਹੋ ਗਿਆ।
ਦੋਵੇਂ ਧਿਰਾਂ ਇਸ ਪੱਖੋਂ ਸੁਚੇਤ ਸਨ ਕਿ ਸਫਲਤਾ ਲਈ ਜ਼ਰੂਰੀ ਹੈ ਕਿ ਉਹ ਵਾਰਤਾ ਨੂੰ ਗੁਪਤ ਰੱਖਿਆ ਜਾਵੇ ਤੇ ਜਿਹੜੇ ਸਿਆਸਤਦਾਨਾਂ ਦੀ ਅੜਿੱਕਾ ਪਾਉਣ ਦੀ ਸੰਭਾਵਨਾ ਹੋਵੇ ਉਹਨਾਂ ਨੂੰ ਗੱਲਬਾਤ ਵਿੱਚ ਸ਼ਾਮਿਲ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਮਾਮਲਾ ਨਜਿੱਠੇ ਜਾਣ ਪਿੱਛੋਂ ਹੀ ਸੂਚਿਤ ਕੀਤਾ ਜਾਵੇ। ਪ੍ਰਧਾਨ ਮੰਤਰੀ ਨੇ ਆਪਣੇ ਨਾਲ ਕੇਵਲ ਰਾਜਪਾਲ ਅਰਜਨ ਸਿੰਘ ਨੂੰ ਹੀ ਆਪਣੇ ਵਿਸ਼ਵਾਸ ਪਾਤਰ ਵਜੋਂ ਚੁਣਿਆ। ਮੁਲਾਕਾਤਾਂ ਉਹਨਾਂ ਦਿਨਾਂ ਵਿੱਚ ਰੱਖੀਆਂ ਗਈਆਂ ਜਦੋਂ ਗਿਆਨੀ ਜੈਲ ਸਿੰਘ ਨੇ ਦਿੱਲੀ ਤੋਂ ਬਾਹਰ ਹੋਣਾ ਸੀ। ਆਪਣੇ ਮੰਤਰੀ ਬੂਟਾ ਸਿੰਘ ਤੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਵੀ ਕੁਝ ਨਾ ਦੱਸਿਆ ਗਿਆ। ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਉਪਲਬਧ ਰਹੇ। ਉਸ ਦੀ ਸ਼ਰਾਰਤ ਕਰਨ ਦੀ ਸ਼ਰਤੀ ਨੂੰ ਆਰਜ਼ੀ ਤੌਰ ਤੇ ਉਹਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੂਚੀ ਵਿਖਾ ਕੇ ਉਸ ਨੂੰ ਨਿਯੰਤਰਣ ਹੇਠ ਰੱਖਿਆ ਗਿਆ। ਰਾਜਪਾਲ ਦੇ ਮੁੱਖ ਮੰਤਰੀ ਨਾਲ ਕੋਈ ਸਲਾਹ ਮਸ਼ਵਰਾ ਨਾ ਕੀਤਾ ਗਿਆ। ਇਸ ਤਰ੍ਹਾਂ ਸੰਤ ਨੇ ਵੀ ਬਾਦਲ ਤੇ ਟੌਹੜਾ ਨੂੰ ਅਣਗੌਲਿਆ ਕੀਤਾ ਤੇ ਬਰਨਾਲਾ ਅਤੇ ਬਲਵੰਤ ਸਿੰਘ ਦੀ ਸਲਾਹ ਤੇ ਨਿਰਭਰ ਰਿਹਾ। ਸੰਤ ਲੌਂਗੋਵਾਲ ਦੇ ਦੋਹਾਂ ਸਲਾਹਕਾਰਾਂ ਨੂੰ ਰਾਤ ਨੂੰ ਦਿੱਲੀ ਲਿਜਾਇਆ ਗਿਆ ਤੇ ਅਗਲੇ ਦਿਨ ਮੂੰਹ ਝਾਖਰੇ ਦੀ ਉਹ ਚੰਡੀਗੜ੍ਹ ਪਹੁੰਚ ਗਏ। 23 ਜੁਲਾਈ 1985 ਨੂੰ ਸੰਤ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ। ਉਸ ਸਮੇਂ ਤੱਕ ਸਭ ਵਿਵਾਦਗ੍ਰਸਤ ਨੁਕਤੇ ਮੈਤਰੀਪੂਰਨ ਢੰਗ ਨਾਲ ਸੁਲਝ ਗਏ ਸਨ। 24 ਜੁਲਾਈ 1985 ਦੀ ਸਵੇਰ ਨੂੰ ਦੋਹਾਂ ਵਿਅਕਤੀਆਂ ਨੇ 11 ਨੁਕਾਤੀ ਦਸਤਾਵੇਜ਼ ਤੇ ਦਸਤਖਤ ਕਰ ਦਿੱਤੇ ਸਨ ਜਿਸ ਵਿੱਚ ਉਹ ਸਾਰੀਆਂ ਮੁੱਖ ਸਮੱਸਿਆਵਾਂ ਹੱਲ ਕਰ ਲਈਆਂ ਗਈਆਂ ਜਿਹੜੇ ਅਕਾਲੀਆਂ ਨੇ ਆਪਣੀਆਂ ਮੰਗਾਂ ਦੀ ਸੂਚੀ ਦੇਣ ਸਮੇਂ ਪਹਿਲੇ ਦਿਨ ਪੇਸ਼ ਕੀਤੀਆਂ ਸਨ। ਦੋਹਾਂ ਧਿਰਾਂ ਵਿੱਚ ਸਮਝੌਤੇ ਦੀ ਸੰਭਾਵਨਾ ਸੀ। ਸਮਝੌਤੇ ਦੀਆਂ 11 ਮਦਾਂ ਵਿੱਚੋਂ 5 ਦਾ ਅਕਾਲੀਆਂ ਦੇ ਮੁੱਢਲੇ ਮੰਗ ਪੱਤਰ ਨਾਲ ਕੋਈ ਸਬੰਧ ਨਹੀਂ ਸੀ। 3 ਦਾ ਸਬੰਧ ਧਾਰਮਿਕ, ਸੱਭਿਆਚਾਰਕ ਤੇ ਭਾਸ਼ਾਈ ਮਾਮਲਿਆਂ ਨਾਲ ਸੀ ਜਿਨ੍ਹਾਂ ਵਿੱਚੋਂ ਬਹੁਤੀਆਂ ਪਹਿਲਾਂ ਹੀ ਸ਼੍ਰੀਮਤੀ ਗਾਂਧੀ ਨੇ ਪ੍ਰਵਾਨ ਕਰ ਲਈਆਂ ਸਨ। ਸਿਰਫ ਬਾਕੀ ਦੇ 3 ਰਹਿੰਦੇ ਮਾਮਲਿਆਂ ਦਾ ਸਬੰਧ ਇਲਾਕਾਈ ਸਮਾਧਾਨ ਤੇ ਦਰਿਆਵਾਂ ਦੇ ਪਾਣੀਆਂ ਦੀ ਵੰਡ ਦੀਆਂ ਮਹੱਤਵਪੂਰਨ ਸਮੱਸਿਆਵਾਂ ਨਾਲ ਸੀ। ਇਹ ਦੱਸਣਾ ਮਹੱਤਵਪੂਰਨ ਹੈ ਕਿ ਅਜਿਹੇ ਹੀ ਸਮਝੌਤੇ ਤੇ 2 ਸਾਲ ਪਹਿਲਾਂ ਵੀ ਦਸਤਖਤ ਹੋ ਜਾਣੇ ਸਨ ਜੇਕਰ ਆਖਰੀ ਸਮੇਂ ਤੇ ਇੰਦਰਾ ਗਾਂਧੀ ਨੇ ਆਪਣਾ ਮਨ ਨਾ ਬਦਲਿਆ ਹੁੰਦਾ। ਸੰਤ ਲੌਂਗੋਵਾਲ ਤੇ ਰਾਜੀਵ ਗਾਂਧੀ ਨੇ ਇੱਕ ਗੱਲ ਤਾਂ ਸਾਫ਼ ਕਰ ਦਿੱਤੀ ਕਿ ਜਿੱਥੋਂ ਤੱਕ ਨਰਮ ਦਲੀਏ ਅਕਾਲੀਆਂ ਦਾ ਸਬੰਧ ਸੀ ਉਹ ਕਦੇ ਵੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦ ਦੀ ਮੰਗ ਵਜੋਂ ਤੋੜ ਮਰੋੜ ਕੇ ਪੇਸ਼ ਨਹੀਂ ਕਰਦੇ ਸਨ ਪਰੰਤੂ ਉਹ ਪੰਜਾਬ ਲਈ ਵਧੇਰੇ ਖੁਦਮੁਖਤਿਆਰੀ ਚਾਹੁੰਦੇ ਸਨ। ਉਹ ਅਨੰਦਪੁਰ ਦਾ ਮਤਾ ਸਰਕਾਰੀਆ ਕਮਿਸ਼ਨ ਨੂੰ ਸੌਂਪਣ ਲਈ ਖੁਸ਼ੀ-ਖੁਸ਼ੀ ਤਿਆਰ ਹੋ ਗਏ। ਜਿਹੜੇ ਨੇਤਾਵਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ ਤੇ ਜਿਨ੍ਹਾਂ ਨੂੰ ਗੱਲਬਾਤ ਤੋਂ ਬਾਹਰ ਰੱਖਿਆ ਗਿਆ ਸੀ ਉਹਨਾਂ ਦਾ ਅਪਮਾਨਿਤ ਮਹਿਸੂਸ ਕਰਨਾ ਸੁਭਾਵਿਕ ਸੀ। ਉਹਨਾਂ ਵਿੱਚ ਸਰਕਾਰੀ ਧਿਰ ਚੋਂ ਬੂਟਾ ਸਿੰਘ ਤੇ ਦਰਬਾਰਾ ਸਿੰਘ ਜਿਹੇ ਨੇਤਾ ਤੇ ਅਕਾਲੀ ਧਿਰ ਚੋਂ ਬਾਦਲ ਤੇ ਟੌਹੜਾ ਸਨ। ਸੰਤ ਲੌਂਗੋਵਾਲ ਨੇ ਇਹ ਮਸਲਾ ਜਨਤਾ ਵਿੱਚ ਲਿਜਾਉਣ ਦਾ ਫੈਸਲਾ ਕਰ ਲਿਆ। 26 ਜੁਲਾਈ 1985 ਨੂੰ ਇੱਕ ਵਿਸ਼ਾਲ ਸੰਮੇਲਨ ਦੇ ਸਾਹਮਣੇ ਅਨੰਦਪੁਰ ਵਿੱਚ ਇਸ ਨੂੰ ਪਾਰਟੀ ਦੇ ਜ਼ਿਲ੍ਹਾ ਜਥੇਦਾਰਾਂ ਦੇ ਸਾਹਮਣੇ ਅਪ੍ਰਵਾਨਗੀ ਲਈ ਪੇਸ਼ ਕੀਤਾ ਗਿਆ। ਇਸ ਨੂੰ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਪਰ ਬਾਦਲ ਤੇ ਟੌਹੜਾ ਰਾਜੀ ਨਾ ਹੋਏ ਤੇ ਉਹਨਾਂ ਨੇ ਇਸ ਸਮਝੌਤੇ ਨੂੰ ਸਰਕਾਰ ਕੋਲ ਵਿਕ ਜਾਣਾ ਦੱਸਿਆ। ਸਰਕਾਰੀ ਧਿਰ ਵਿੱਚੋਂ ਬੂਟਾ ਸਿੰਘ ਤੇ ਦਰਬਾਰਾ ਸਿੰਘ ਆਪਣਾ ਪਾਨਾ ਲਾਉਣ ਲਈ ਸਮੇਂ ਦੀ ਉਡੀਕ ਕਰਨ ਲੱਗੇ। ਰਾਜੀਵ ਗਾਂਧੀ ਨੇ ਇੱਕ ਹੋਰ ਸਾਹਸੀ ਕਦਮ ਉਠਾਇਆ ਤੇ ਐਲਾਨ ਕਰ ਦਿੱਤਾ ਕਿ ਖਾਲਿਸਤਾਨ ਦੇ ਜਾਰੀ ਰਹਿਣ ਦੇ ਬਾਵਜੂਦ ਪੰਜਾਬ ਵਿੱਚ ਸਤੰਬਰ ਦੇ ਤੀਸਰੇ ਹਫ਼ਤੇ ਚੋਣਾਂ ਕਰਵਾਈਆਂ ਜਾਣਗੀਆਂ। ਸਾਂਝੇ ਅਕਾਲੀ ਦਲ ਦੀ ਅਗਵਾਈ ਵਿੱਚ ਖਾਲਿਸਤਾਨੀਆਂ ਨੇ ਚੋਣਾਂ ਦਾ ਬਾਈਕਾਟ ਕਰਨ ਦੀ ਵਗਾਰ ਪਾਈ। ਉਹਨਾਂ ਦੀ ਲਲਕਾਰ ਦੀ ਬਹੁਤੇ ਲੋਕਾਂ ਨੇ ਪਰਵਾਹ ਨਾ ਕੀਤੀ। ਪੂਰੀ ਤਰ੍ਹਾਂ ਨਿਰਾਸ਼ ਹੋ ਕੇ ਉਹਨਾਂ ਨੇ ਉਸ ਵਿਅਕਤੀ ਨੂੰ ਹੀ ਮਾਰ ਮੁਕਾਉਣ ਦਾ ਫੈਸਲਾ ਕਰ ਲਿਆ ਜਿਸ ਨੇ ਉਹਨਾਂ ਦੀ ਸ਼ਾਖ ਤੇ ਮਹੱਤਤਾ ਹੀ ਖਤਮ ਕਰ ਦਿੱਤੀ ਸੀ। 21 ਅਗਸਤ 1985 ਨੂੰ ਇੱਕ ਪਿੰਡ ਦੇ ਗੁਰਦੁਆਰੇ ਦੀ ਸੰਗਤ ਦੇ ਭਾਰੀ ਇਕੱਠ ਵਿੱਚ ਖਾਲਿਸਤਾਨੀਆਂ ਦੀ ਇੱਕ ਟੋਲੀ ਨੇ ਸੰਤ ਹਰਚੰਦ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਅੱਜ ਅਸੀਂ ਇਸ ਕਿਤਾਬ ਦੇ 386 ਪੰਨੇ ਪੜ੍ਹ ਚੁੱਕੇ ਹਾਂ।
ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।